ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਵ ਸਟੱਡੀ ਦੇ ਵਿੱਚ। ਸੋ ਹਾਜ਼ਰ ਹਾਂ ਤੁਹਾਡੇ ਲਈ ਆਪਣੀ ਅੱਜ ਦੀ ਕਲਾਸ ਲੈ ਕੇ। ਕੁਆਂਟੀਟੇਟਿਵ ਐਪਟੀਟਿਊਡ ਐਂਡ ਨੂਮੈਰੀਕਲ ਸਕਿੱਲਸ ਦੀ ਆਪਣੀ ਕਲਾਸ ਹੈਗੀ ਮੈਥਮੈਟਿਕਸ ਦੀ। ਪੰਜਾਬੀ ਦੇ ਵਿੱਚ ਆਪਾਂ ਨੇ ਮੈਥ ਸਟਾਰਟ ਕੀਤਾ ਹੋਏਗਾ। ਸੋ ਜਿਹੜੇ ਬੱਚੇ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਵਾਸਤੇ ਇਹ ਆਪਣਾ ਸਪੈਸ਼ਲ ਬੈਚ ਹੈਗਾ, ਬਿਲਕੁਲ ਫਰੀ ਬੈਚ ਹੈਗਾ, ਇਸ ਦੀ ਕੋਈ ਵੀ ਫੀਸ ਨਹੀਂ ਹੈਗੀ। ਸੋ ਜਿਹੜੇ ਬੱਚੇ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਨਾਲ ਆਪਣੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਹੈਗਾ ਤੁਸੀਂ ਨੇ। ਵੈਸੇ ਹੋਰ ਬੱਚਿਆਂ ਦੇ ਨਾਲ ਵੀ ਕਲਾਸ ਨੂੰ ਸ਼ੇਅਰ ਕਰ ਸਕਦੇ ਹੋ ਕਿਉਂਕਿ ਬੇਸਿਕ ਤੋਂ ਆਪਾਂ ਨੇ ਮੈਥ ਸਟਾਰਟ ਕੀਤਾ ਹੋਏਗਾ, ਤੁਹਾਨੂੰ ਸਾਰੇ ਪੇਪਰਾਂ ਦੇ ਵਿੱਚ ਹੀ ਕੰਮ ਦੇਵੇਗਾ। ਸੋ ਜੇਕਰ ਪਹਿਲੀ ਵਾਰ ਆਪਣੇ ਚੈਨਲ ਦੇ ਨਾਲ ਇਸ ਵੀਡੀਓ ਦੇ ਜ਼ਰੀਏ ਜੁੜ ਰਹੇ ਹੋ ਤਾਂ ਇਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਪਲੇ ਲਿਸਟਾਂ ਦਾ ਲਿੰਕ ਮਿਲ ਜਾਏਗਾ। ਉੱਥੇ ਜਾ ਕੇ ਤੁਸੀਂ ਪਿਛਲੀਆਂ ਸਾਰੀਆਂ ਕਲਾਸਾਂ ਜਿੰਨੀਆਂ ਕਿ ਆਪਣੀਆਂ ਹੁਣ ਤੱਕ ਹੋਈਆਂ ਨੇ ਸਾਰੀਆਂ ਨੂੰ ਦੇਖ ਸਕਦੇ ਹੋ। ਮੈਥ, ਰੀਜ਼ਨਿੰਗ, ਪੰਜਾਬ ਜੀ ਕੇ ਇਹਨਾਂ ਦੀ ਅਲੱਗ ਤੋਂ ਲਿਸਟ ਬਣੀ ਹੋਈ ਹੈਗੀ, ਠੀਕ ਹੈ। ਪ੍ਰੈਕਟਿਸ ਸੀਰੀਜ਼ ਦੀ ਵੀ ਆਪਾਂ ਨੇ ਲਿਸਟ ਬਣਾਤੀ। ਅਜੇ ਤੱਕ 2 ਕਲਾਸਾਂ ਪ੍ਰੈਕਟਿਸ ਸੀਰੀਜ਼ ਦੀਆਂ ਹੋਈਆਂ ਨੇ, ਬਾਕੀ ਜਿੰਨੀਆਂ ਵੀ ਆਪਣੀਆਂ ਕਲਾਸਾਂ ਹੋ ਚੁੱਕੀਆਂ ਨੇ ਉਹਨਾਂ ਦੀਆਂ ਪਲੇ ਲਿਸਟਾਂ ਬਣੀਆਂ ਹੋਈਆਂ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਕਾਪੀ ਦੇ ਉੱਤੇ ਨਾਲ ਦੀ ਨਾਲ ਤੁਸੀਂ ਨੋਟਸ ਬਣਾਉਂਦੇ ਚੱਲਣਾ ਹੈਗਾ ਅਤੇ ਨਾਲ ਹੀ ਤੁਹਾਨੂੰ ਇੱਥੇ ਆਈ ਬਟਨ ਜਿਹੜਾ ਹੁੰਦਾ ਹੈਗਾ ਉਸ ਦੇ ਵਿੱਚ ਵੀਡੀਓ ਦੀ ਪਲੇ ਲਿਸਟਾਂ ਮਿਲ ਜਾਣਗੀਆਂ। ਜਦੋਂ ਉਸ 'ਤੇ ਕਲਿੱਕ ਕਰੋਗੇ ਤਾਂ ਲਿਸਟ ਖੁੱਲ੍ਹ ਜਾਏਗੀ ਪਲੇ ਲਿਸਟਾਂ ਦੀ, ਉੱਥੋਂ ਤੁਸੀਂ ਪਲੇ ਲਿਸਟ ਨੂੰ ਚੂਜ਼ ਕਰਕੇ ਦੇਖ ਸਕਦੇ ਹੋ ਅਤੇ ਜਾਂ ਫਿਰ ਪਲੇ ਲਿਸਟ ਦਾ ਜਿਹੜਾ ਸੈਕਸ਼ਨ ਬਣਿਆ ਹੁੰਦਾ ਹੈਗਾ ਚੈਨਲ ਦੇ ਵਿੱਚ ਉੱਥੇ ਜਾ ਕੇ ਦੇਖ ਸਕਦੇ ਹੋ। ਅਤੇ ਜੇਕਰ ਤੁਸੀਂ ਪਹਿਲੀ ਵਾਰ ਜੁੜ ਰਹੇ ਹੋ ਤਾਂ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਰੋਜ਼ਾਨਾ ਆਪਣੇ ਚੈਨਲ ਦੇ ਉੱਤੇ ਦੇਖਣ ਨੂੰ ਮਿਲਦੀਆਂ ਰਹਿਣਗੀਆਂ। ਪੰਜਾਬ ਪੁਲਿਸ ਦਾ ਆਪਣੇ ਸਿਲੇਬਸ ਨੂੰ ਸਾਰੇ ਸਿਲੇਬਸ ਨੂੰ ਕਵਰ ਕਰਨਾ ਹੈਗਾ ਜਿਹੜੇ ਆਪਾਂ ਨੇ ਸਬਜੈਕਟ ਸਟਾਰਟ ਕੀਤੇ ਹੋਏ ਨੇ। ਸੋ ਨਾਲ ਹੀ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਹੋਏਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ, ਉੱਥੇ ਜਾ ਕੇ ਤੁਸੀਂ ਨੇ ਆਪਣੇ ਚੈਨਲ ਨੂੰ ਟੈਲੀਗ੍ਰਾਮ ਨੂੰ ਜੁਆਇਨ ਕਰ ਲੈਣਾ ਹੈਗਾ। ਦੇਖੋ ਜਿਹੜਾ ਆਪਣਾ ਮੈਥ ਦਾ ਸਿਲੇਬਸ ਸੀਗਾ ਉਸ ਦੇ ਵਿੱਚੋਂ ਪਹਿਲਾ ਚੈਪਟਰ ਹੈਗਾ ਸਿੰਪਲੀਫਿਕੇਸ਼ਨ ਦਾ ਆਪਣਾ ਕੰਪਲੀਟ ਹੋ ਚੁੱਕਾ ਹੈ। ਉਸ ਤੋਂ ਬਾਅਦ ਐਵਰੇਜ ਹੋ ਚੁੱਕਾ ਹੈ, ਡੈਸੀਮਲ ਐਂਡ ਫਰੈਕਸ਼ਨ ਦਾ ਵੀ ਹੋ ਚੁੱਕਾ ਹੈ, ਰੇਸ਼ੋ ਐਂਡ ਪ੍ਰਪੋਰਸ਼ਨ ਦਾ ਹੋ ਚੁੱਕਾ ਹੈਗਾ, ਪਰਸੈਂਟੇਜ ਹੋ ਚੁੱਕਾ ਹੈਗਾ ਅਤੇ ਪ੍ਰੋਫਿਟ ਐਂਡ ਲੋਸ ਦਾ ਆਪਣਾ ਇਹ ਚੈਪਟਰ ਚੱਲਦਾ ਪਿਆ ਹੈਗਾ। ਇਸ ਦੀਆਂ ਦੇਖੋ ਇਸ ਤੋਂ ਪਹਿਲਾਂ ਆਪਣੀਆਂ 2 ਕਲਾਸਾਂ ਹੋ ਚੁੱਕੀਆਂ ਨੇ, ਠੀਕ ਹੈ। ਅਤੇ ਇਸ ਤੋਂ ਬਾਅਦ ਦੇਖੋ ਆਪਣੇ 3 ਚੈਪਟਰ ਬਾਕੀ ਨੇ, ਇਹਨਾਂ ਨੂੰ ਵੀ ਆਪਾਂ ਨੇ ਕਰ ਹੀ ਲੈਣਾ ਹੈਗਾ। ਤਾਂ ਉਸ ਤੋਂ ਬਾਅਦ ਦੇਖੋ ਆਪਣਾ ਮੈਥਮੈਟਿਕਸ ਦਾ ਅੱਜ 37ਵਾਂ ਦਿਨ ਹੈਗਾ। 37ਵਾਂ ਦਿਨ ਹੈ। ਇਸ ਤੋਂ ਪਹਿਲਾਂ 36 ਕਲਾਸਾਂ ਹੋ ਚੁੱਕੀਆਂ ਨੇ, ਤੁਸੀਂ ਦੇਖ ਲੈਣੀਆਂ ਨੇਗੀਆਂ। ਤੀਜਾ ਦਿਨ ਆਪਣਾ ਪ੍ਰੋਫਿਟ ਐਂਡ ਲੋਸ ਦਾ ਚੱਲਦਾ ਪਿਆ ਹੈਗਾ। ਬੇਸਿਕ ਲੈਵਲ ਤੋਂ ਆਪਾਂ ਚੱਲਦੇ ਹੁੰਦੇ ਹਾਂ, ਉਸ ਤੋਂ ਹਾਰਡ ਲੈਵਲ ਵੱਲ, ਐਡਵਾਂਸ ਲੈਵਲ ਦੇ ਵੱਲ ਆਪਾਂ ਨੇ ਵਧਣਾ ਹੈਗਾ। ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਨੇ ਦੱਸਿਆ ਸੀਗਾ ਕਿ 2 ਵਸਤੂਆਂ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਪਹਿਲਾਂ ਖਰੀਦਦੇ ਹਾਂ ਫਿਰ ਵੇਚਦੇ ਹਾਂ, ਠੀਕ ਹੈ। ਖਰੀਦਣ ਅਤੇ ਵੇਚਣ ਤੋਂ ਹੀ ਲਾਭ ਹਾਨੀ ਬਣਦਾ ਹੈਗਾ। ਜੇਕਰ ਆਪਾਂ ਨੇ ਘੱਟ ਦੀ ਖਰੀਦ ਕੇ ਵੱਧ ਦੀ ਵੇਚਤੀ, ਠੀਕ ਹੈ, ਮਤਲਬ ਕਿ ਜਿੰਨੇ ਦੀ ਖਰੀਦੀ ਉਸ ਦੇ ਨਾਲੋਂ ਜ਼ਿਆਦਾ ਵੇਚਤੀ ਤਾਂ ਲਾਭ ਹੋ ਜਾਏਗਾ, ਅਤੇ ਜੇਕਰ ਆਪਾਂ ਨੇ ਜਿੰਨੇ ਦੀ ਖਰੀਦੀ ਉਸ ਦੇ ਨਾਲੋਂ ਘੱਟ ਦੀ ਵੇਚੀ ਤਾਂ ਆਪਾਂ ਨੂੰ ਹੋ ਜਾਏਗੀ ਹਾਨੀ, ਠੀਕ ਹੈ। ਲਾਭ ਅਤੇ ਹਾਨੀ ਨੂੰ ਇਹਨਾਂ ਨੇ ਇੱਕੋ ਤਰ੍ਹਾਂ ਵੀ ਮੰਨ ਲਓ ਆਪਾਂ ਨੇ ਕੋਈ ਚੀਜ਼ 100 ਦੀ ਖਰੀਦੀ, ਠੀਕ ਹੈ, ਆਪਾਂ ਨੇ 80 ਦੀ ਵੇਚਤੀ, 20% ਮਤਲਬ 20 ਰੁਪਏ ਹਾਨੀ ਹੋ ਗਈ, ਠੀਕ ਹੈ। ਉਸੇ ਤਰ੍ਹਾਂ ਮੰਨ ਲਓ ਆਪਾਂ ਨੇ 200 ਦੀ ਚੀਜ਼ ਖਰੀਦ ਕੇ, ਠੀਕ ਹੈ, ਆਪਾਂ ਨੇ ਵੇਚਤੀ ਉਹ ਉਸ ਤੋਂ ਆਪਾਂ ਨੇ ਮੰਨ ਲਓ ਘਟਾ ਕੇ ਵੇਚਤੀ, ਠੀਕ ਹੈ। ਇੱਕ ਚੀਜ਼ ਤਾਂ ਆਪਾਂ ਨੇ 100 ਦੀ ਖਰੀਦੀ ਸੀਗੀ, ਠੀਕ ਹੈ, ਅਤੇ ਉਸ 'ਤੇ ਹਾਨੀ ਹੋਈ। ਇੱਕ ਚੀਜ਼ ਆਪਾਂ ਨੇ 200 ਦੀ ਖਰੀਦੀ ਸੀ, ਉਸ 'ਤੇ ਹਾਨੀ ਹੋਈ। ਤਾਂ ਦੇਖੋ ਉਸ ਤੋਂ ਬਾਅਦ ਇੱਕ ਤਾਂ ਆਪਾਂ 100 ਦੇ ਵਿੱਚੋਂ ਕੱਢ ਰਹੇ ਹਾਂ, ਇੱਕ 200 ਦੇ ਵਿੱਚੋਂ, ਉਹਨਾਂ ਦਾ ਆਪਾਂ ਨੂੰ ਕੋਈ ਭੇਤ ਨਹੀਂ ਆਏਗਾ। ਪਰ ਜਦੋਂ ਉਹਨਾਂ ਨੇ ਇੱਕ ਪਰਸੈਂਟੇਜ ਦਾ ਇੱਕ ਸਿਸਟਮ ਅਜਿਹਾ ਬਣਾਇਆ ਉਸ ਨੂੰ ਕੱਢਣ ਦਾ ਕਿ ਪਰਸੈਂਟ ਕੀ ਹੈਗੀ ਉਸ ਦੀ ਹਾਨੀ ਹੋਣ ਦੀ, ਠੀਕ ਹੈ, ਉਹਨਾਂ ਨੂੰ ਫਿਰ ਦੋਨਾਂ ਦੇ ਨਾਲ ਕੰਪੇਅਰ ਜਿਸ ਨਾਲ ਸੌਖਾ ਕੀਤਾ ਜਾ ਸਕੇ, ਇਸ ਦੇ ਕਰਕੇ ਪਰਸੈਂਟੇਜ ਦੇ ਵਿੱਚ ਇਹਨਾਂ ਨੇ ਪਤਾ ਕੀਤਾ ਹੈਗਾ ਕਿ ਪਰ 100 ਦੇ ਮਗਰ ਕਿੰਨੀ ਹਾਨੀ ਹੋਈ ਹੈਗੀ, ਕਿ ਜੇਕਰ ਉਹ ਵਸਤੂ 100 ਦੀ ਖਰੀਦੀ ਹੁੰਦੀ ਤਾਂ ਕਿੰਨੀ ਹਾਨੀ ਹੋਣੀ ਸੀਗੀ ਉਸਨੂੰ ਜਿਹੜੀ 200 ਦੀ ਖਰੀਦੀ ਹੈ। ਇਸ ਤਰ੍ਹਾਂ ਆਪਾਂ ਨੇ ਪਰਸੈਂਟੇਜ ਦੇਖੋ ਸਵਾਲ ਕਰਦੇ ਆ ਰਹੇ ਹਾਂ ਪਰਸੈਂਟੇਜ ਦੇ। ਉਸ ਤੋਂ ਬਾਅਦ ਦੇਖੋ ਆਪਾਂ ਅਗਲਾ ਟਾਈਪ ਉਸ ਦਾ ਲੈ ਕੇ ਆਏ ਹਾਂ। ਕੱਲ੍ਹ ਵਾਲੇ ਸਵਾਲ ਦੇ ਵਿੱਚ ਦੇਖੋ ਆਪਾਂ ਨੇ ਲਾਭ 'ਤੇ ਸਮਾਪਤ ਕਰਤਾ ਸੀਗਾ, ਠੀਕ ਹੈ। ਅਨੀਤਾ ਨੇ ਦੇਖੋ ਕੋਈ ਵਸਤੂ ਖਰੀਦੀ ਹੈਗੀ 750 ਰੁਪਏ ਦੇ ਵਿੱਚ, ਠੀਕ ਹੈ, 750 ਰੁਪਏ ਦੇ ਵਿੱਚ ਕੋਈ ਵਸਤੂ ਖਰੀਦੀ ਹੈਗੀ ਅਨੀਤਾ ਨੇ, ਤਾਂ ਉਸ ਨੂੰ ਵੇਚਣ 'ਤੇ ਉਸ ਨੂੰ 20% ਹਾਨੀ ਹੋਈ। ਕੋਈ ਚੀਜ਼ ਨੂੰ ਪਹਿਲਾਂ ਖਰੀਦਦੀ ਹੈ 750 ਰੁਪਏ ਦਾ ਅਤੇ ਉਹ ਉਸ ਨੂੰ ਵੇਚ ਦਿੰਦੀ ਹੈ। ਵੇਚਣ ਦਾ ਆਪਾਂ ਨੂੰ ਪਤਾ ਨਹੀਂ ਹੈਗਾ ਕਿ ਕਿੰਨੇ ਦੀ ਵੇਚੀ ਹੈ, ਪਰ ਆਪਾਂ ਨੂੰ ਇਹਨਾਂ ਨੇ ਇੰਨਾ ਦੱਸਤਾ ਕਿ ਉਸ ਨੂੰ 20% ਹਾਨੀ ਹੋਈ ਹੈ ਜਿੰਨੇ ਦੀ ਵੀ ਵੇਚੀ ਹੈ, ਠੀਕ ਹੈ। ਤਾਂ ਕਹਿੰਦੇ ਤੁਸੀਂ ਇਹ ਦੱਸੋ ਕਿ ਹੁਣ ਇਸ ਨੇ ਵੇਚੀ ਕਿੰਨੇ ਦੀ ਹੋਏਗੀ ਅਨੀਤਾ ਨੇ ਉਹ ਵਸਤੂ। 750 ਰੁਪਏ ਦੀ ਖਰੀਦੀ ਹੈ, ਖਰੀਦ ਮੁੱਲ ਨੂੰ ਆਪਾਂ CP ਕਹਿੰਦੇ ਹਾਂ, ਠੀਕ ਹੈ। CP ਕਿੰਨਾ ਹੈਗਾ, CP 750 ਰੁਪਏ ਹੈਗਾ। 750 ਲਿਖ ਲਿਆ ਅਤੇ ਉਸ ਨੂੰ ਕੀ ਹੋਏਗਾ ਹਾਨੀ ਨੂੰ ਲੋਸ ਕਹਿੰਦੇ ਨੇ, ਲੋਸ ਪਰਸੈਂਟ, ਮਤਲਬ ਕਿ ਕਿੰਨੀ ਹਾਨੀ ਹੋਈ ਹੈਗੀ ਉਸ ਨੂੰ 20% ਹਾਨੀ ਹੋਈ ਹੈਗੀ। ਦੇਖੋ ਇਹ ਚੀਜ਼ ਆਪਾਂ ਨੇ ਲਿਖ ਲਿਆ, ਠੀਕ ਹੈ, 20% ਹਾਨੀ ਹੋ ਗਈ ਉਸ ਨੂੰ। ਤਾਂ ਦੇਖੋ ਜਿਹੜਾ ਸੀਗਾ ਖਰੀਦ ਮੁੱਲ ਮਤਲਬ CP ਆਪਾਂ ਮੰਨਦੇ ਹੁੰਦੇ ਹਾਂ 100%, ਇਹ ਜਿਹੜਾ ਖਰੀਦ ਮੁੱਲ ਹੁੰਦਾ ਹੈਗਾ ਆਪਣੇ ਆਪ ਦੇ ਵਿੱਚ 100% ਹੁੰਦਾ ਹੈਗਾ, ਠੀਕ ਹੈ। ਅਤੇ ਉਸ ਤੋਂ ਬਿਨਾਂ ਦੇਖੋ ਇਸ ਨੂੰ ਹੋਏਗਾ ਲੋਸ, ਕਿੰਨਾ ਹੋਏਗਾ ਲੋਸ, ਇਸ ਨੂੰ ਹੋਏਗਾ ਲੋਸ 20% ਲੋਸ ਹੋ ਗਿਆ। ਤਾਂ ਦੇਖੋ
ਆਪਾਂ ਨੇ ਤੁਹਾਨੂੰ ਦੱਸਿਆ ਸੀਗਾ, ਦੇਖੋ ਪਤਾ ਕੀ ਕਰਨਾ ਹੈਗਾ, ਵੇਚ ਮੁੱਲ ਪਤਾ ਕਰਨਾ ਹੈਗਾ ਇਸ ਦਾ ਕਿ ਕਿੰਨੇ ਦੀ ਵੇਚੀ। ਵੇਚ ਮੁੱਲ ਨੂੰ ਕਹਿੰਦੇ ਆਪਾਂ SP, ਠੀਕ ਹੈ, SP ਕਹਿੰਦੇ ਆ। ਜਿਹੜੀ ਚੀਜ਼ ਦੇਖੋ ਆਪਾਂ ਨੇ ਖਰੀਦ ਲਈ, ਠੀਕ ਹੈ, ਖਰੀਦੀ ਹੋਈ ਚੀਜ਼ ਦੇ ਵਿੱਚੋਂ ਜੇਕਰ ਆਪਾਂ ਹਾਨੀ ਘਟਾ ਦਈਏ ਤਾਂ ਆਪਣੇ ਕੋਲ ਉਸ ਦਾ ਵੇਚ ਮੁੱਲ ਨਿਕਲ ਕੇ ਆ ਜਾਏਗਾ। ਜਿਵੇਂ ਕਿ ਤੁਹਾਨੂੰ ਦੇਖੋ ਪਿੱਛੇ ਦੱਸ ਕੇ ਹਟੇ ਹਾਂ ਕਿ ਮੰਨ ਲਓ 100 ਰੁਪਏ ਦੀ ਕਿਸੇ ਵਸਤੂ ਨੇ ਕੋਈ ਵਿਅਕਤੀ ਨੇ ਕੋਈ ਵਸਤੂ ਖਰੀਦ ਲਈ, ਠੀਕ ਹੈ, ਅਤੇ ਉਸ ਨੂੰ 20 ਰੁਪਏ ਦਾ ਘਾਟਾ ਪੈ ਗਿਆ। 20 ਰੁਪਏ ਦਾ ਜਿਹੜਾ ਘਾਟਾ ਪਿਆ ਸੀ ਉਸ ਨੂੰ ਘਟਾ ਕੇ ਉਹ ਵਸਤੂ 80 ਦੀ ਵੇਚੀ ਹੋਏਗੀ। ਇਹ ਚੀਜ਼ ਆਪਾਂ ਨੂੰ ਪਤਾ ਲੱਗ ਗਿਆ। ਇਸੇ ਤਰ੍ਹਾਂ ਬਿਲਕੁਲ ਉਹਨਾਂ ਨੇ 750 ਰੁਪਏ ਦੀ ਕੋਈ ਚੀਜ਼ ਖਰੀਦੀ, 750 ਨੂੰ ਆਪਾਂ ਨੇ 100% ਮੰਨ ਲਿਆ, ਮਤਲਬ ਕਿ 100% ਦੀ, ਮਤਲਬ ਕਿ ਚਲੋ 100 ਰੁਪਏ ਦੀ ਇਹ ਮੰਨ ਲਓ, 100 ਰੁਪਏ ਦੀ ਉਸ ਵਿਅਕਤੀ ਨੇ ਮਤਲਬ ਅਨੀਤਾ ਨੇ ਵਸਤੂ ਖਰੀਦੀ ਹੈ ਕੋਈ, ਠੀਕ ਹੈ, ਅਤੇ ਉਸਨੇ 20% ਦੇ ਘਾਟੇ ਨਾਲ ਉਸ ਨੂੰ ਵੇਚਿਆ। ਖਰੀਦਣ ਤੋਂ ਬਾਅਦ 20% ਦਾ ਘਾਟਾ ਮਤਲਬ ਕਿ 20 ਰੁਪਏ ਮੰਨ ਲਓ, ਕਿਉਂਕਿ ਆਪਾਂ ਨੇ ਵੇਚ ਮੁੱਲ 100 ਰੁਪਏ ਮੰਨ ਲਿਆ ਇੱਕ ਤਰ੍ਹਾਂ, 100% ਨਹੀਂ 100 ਰੁਪਏ ਹੀ ਮੰਨ ਲਿਆ, ਠੀਕ ਹੈ। ਤਾਂ ਉਸਨੇ ਕਿੰਨੇ ਦੀ ਵੇਚੀ ਹੋਏਗੀ? 80 ਰੁਪਏ ਦੀ ਵੇਚੀ ਹੋਏਗੀ। ਤਾਂ ਦੇਖੋ ਹੁਣ ਇਹ ਸੀਗਾ ਪਰਸੈਂਟ, ਇਹ ਪਰਸੈਂਟ ਸੀਗੇ ਸਾਰੇ, ਤਾਂ ਇਹ ਵੀ ਪਰਸੈਂਟ ਹੋ ਜਾਏਗਾ 80। ਦੇਖੋ ਆਪਾਂ ਤੁਹਾਨੂੰ ਇਸ ਨੂੰ ਇੱਕ ਤਰ੍ਹਾਂ ਸਿੰਪਲ ਬਣਾ ਕੇ ਲਿਖ ਦਿੰਦੇ ਹੈਗੇ, SP ਬਰਾਬਰ 100% ਘਟਾ 20% ਬਰਾਬਰ ਆ ਜਾਏਗਾ 80%, ਠੀਕ ਹੈ। 80% ਆਪਾਂ ਨੇ ਵੈਲਿਊ ਕੱਢਣੀ ਹੋਏਗੀ। ਦੇਖੋ 100% ਆਪਾਂ ਨੂੰ ਵੈਲਿਊ ਦਿੱਤੀ ਹੋਈ ਹੈਗੀ, ਜਿਹੜਾ 750 ਹੈਗਾ ਉਹ 100% ਦਿੱਤੀ ਹੋਈ ਹੈਗੀ, ਅਤੇ 20% ਜਿਹੜੀ ਹਾਨੀ ਹੋਈ ਹੈ ਉਸ ਨੂੰ ਆਪਾਂ ਘਟਾ ਦਾਂਗੇ, ਅਤੇ ਜਿਹੜਾ ਇਸ ਦਾ ਆਨਸਰ ਹੋਏਗਾ ਉਹ 80% ਹੋਏਗਾ। ਜਿਵੇਂ ਦੇਖੋ ਆਪਾਂ ਨੇ ਪਰਸੈਂਟੇਜ ਦੇ ਸਵਾਲ ਕੀਤੇ ਸੀਗੇ, ਆਪਾਂ ਨੂੰ ਕੋਈ ਵੈਲਿਊ ਦਿੱਤੀ ਹੁੰਦੀ ਸੀਗੀ, ਠੀਕ ਹੈ, ਆਪਾਂ ਨੂੰ ਕਿਹਾ ਸੀਗਾ ਕਿ ਕੋਈ ਸੰਖਿਆ ਦਿੱਤੀ ਹੁੰਦੀ ਸੀਗੀ, ਮੰਨ ਲਓ ਆਪਾਂ ਨੂੰ 100 ਦਿੱਤਾ ਹੈਗਾ, ਠੀਕ ਹੈ, ਉਹ ਵਸਤੂ ਨੂੰ ਉਸ ਸੰਖਿਆ ਨੂੰ ਆਪਾਂ 100% ਮੰਨ ਲੈਂਦੇ ਹੁੰਦੇ ਸੀਗੇ, ਅਤੇ ਆਪਾਂ ਨੂੰ ਕਿਹਾ ਜਾਂਦਾ ਸੀਗਾ ਕਿ ਇਸ ਦਾ 50% ਪਤਾ ਕਰੋ, ਜਾਂ ਇਸ ਦਾ 100% ਪਤਾ ਕਰੋ, ਜਾਂ ਇਸ ਦਾ 100% ਦਾ 50% ਪਤਾ ਕਰੋ। ਇਸ ਤਰ੍ਹਾਂ ਆਪਾਂ ਪਰਸੈਂਟੇਜ ਕੱਢਦੇ ਆ ਰਹੇ ਸੀਗੇ। ਹੁਣ ਆਪਾਂ ਨੂੰ ਕੋਈ ਵਸਤੂ 100% ਦਿੱਤੀ ਹੋਈ ਹੈਗੀ, ਠੀਕ ਹੈ, ਉਸ ਦਾ ਆਪਾਂ ਨੇ 80% ਕੱਢਣਾ ਹੈਗਾ, ਉਸ ਤੋਂ ਘਟਾ ਦਾਂਗੇ। ਦੇਖੋ ਤਾਂ ਦੇਖੋ ਆਪਾਂ ਪਤਾ ਕਿਵੇਂ ਕਰਾਂਗੇ ਪਹਿਲਾਂ, ਠੀਕ ਹੈ, ਆਪਾਂ ਨੂੰ ਇਹ ਚੀਜ਼ ਪਤਾ ਲੱਗ ਗਿਆ ਕਿ ਇਸ ਨੂੰ ਆਪਾਂ 100 ਘਟਾ 20 ਕਹਿ ਸਕਦੇ ਹਾਂ, 100 ਘਟਾ 20 ਬਰਾਬਰ 80। ਇਸ ਨੂੰ ਛੋਟਾ ਕਰਕੇ ਆਪਾਂ ਨੇ ਲਿਖ ਲਿਆ ਤਾਂ ਕਿ ਇੱਧਰ ਸੋਲਵੇਸ਼ਨ ਸਹੀ ਹੋ ਸਕੇ। ਤਾਂ ਦੇਖੋ ਜਿਹੜੀ ਸੀਗੀ ਖਰੀਦ ਮੁੱਲ ਇਸ ਦਾ ਵਸਤੂ ਦਾ ਉਹ ਸੀਗਾ 750 ਰੁਪਏ, ਠੀਕ ਹੈ। ਕਿੰਨਾ ਹੈਗਾ ਇਹ? 100% ਹੈਗਾ। 1% ਕੱਢਣ ਦੇ ਲਈ ਆਪਾਂ 100 'ਤੇ ਡਿਵਾਈਡ ਕਰ ਦਿੰਦੇ ਹੁੰਦੇ ਹੈਗੇ, ਠੀਕ ਹੈ, ਆਪਾਂ ਨੇ ਕਰ ਲਈ ਡਿਵਾਈਡ, ਠੀਕ ਹੈ। ਡਿਵਾਈਡ ਕਰਨ ਤੋਂ ਬਾਅਦ ਆਪਾਂ ਨੇ ਕਿੰਨੀ ਪਰਸੈਂਟ ਕੱਢਣੀ ਹੈਗੀ? 20% ਕੱਢੋ ਪਹਿਲਾਂ। 20% ਕੱਢਣ ਦੇ ਵਾਸਤੇ 20 ਨਾਲ ਕਰ ਲਾਂਗੇ ਗੁਣਾ, ਇਹ 0 ਦੇ ਨਾਲ ਇਹ 0 ਕੱਟਤੀ, ਇਹ 0 ਦੇ ਨਾਲ ਇਹ 0 ਕੱਟਤੀ, ਤਾਂ ਇੱਥੇ ਰਹਿ ਗਿਆ 75। 75 ਦੀ ਕਰ ਲਓ 2 ਨਾਲ ਗੁਣਾ, 75 ਦੀ 2 ਨਾਲ ਆਪਾਂ ਨੇ ਗੁਣਾ ਕੀਤੀ ਤਾਂ ਆਪਣੇ ਕੋਲ ਕਿੰਨਾ ਆ ਜਾਏਗਾ? 150। ਕਿੰਨਾ ਆ ਗਿਆ ਆਪਣੇ ਕੋਲ? 150 ਆ ਗਿਆ। ਦੇਖੋ ਤਾਂ 150 ਦੇਖੋ ਆਪਣੇ ਕੋਲ 20% ਦੀ ਵੈਲਿਊ ਆ ਚੁੱਕੀ ਹੈਗੀ। ਤਾਂ ਦੇਖੋ ਆਪਾਂ ਨੇ 100 ਦੇ ਸਾਹਮਣੇ ਤਾਂ ਆਪਾਂ ਨੇ ਲਿਖ ਲਿਆ, ਦੇਖੋ 100 ਨੂੰ ਤਾਂ ਆਪਾਂ ਨੇ ਕਹਿਤਾ 100 ਦੇ, ਚਲੋ ਇੱਧਰ ਲਿਖ ਲੈਂਦੇ ਹੈਗੇ ਇੱਕ ਵਾਰ, 100 ਨੂੰ ਤਾਂ ਆਪਾਂ ਨੇ ਕਹਿਤਾ 750, ਠੀਕ ਹੈ, ਅਤੇ ਆਪਾਂ ਨੇ 20% ਨੂੰ ਕਹਿਤਾ 150, ਠੀਕ ਹੈ। ਤਾਂ ਦੇਖੋ ਇੱਥੇ 100% ਦੇ ਵਿੱਚੋਂ 20 ਘਟਾਇਆ ਹੋਇਆ ਸੀਗਾ, ਫਿਰ 80 ਆਇਆ ਸੀਗਾ। ਇਸੇ ਤਰ੍ਹਾਂ ਦੇਖੋ ਆਹ ਸੀਗਾ 100%, ਇਸ ਦੇ ਵਿੱਚੋਂ ਆਹ 20% ਜਦੋਂ ਆਪਾਂ ਘਟਾ ਦਾਂਗੇ ਤਾਂ ਆਪਣੇ ਕੋਲ ਇਸ ਦਾ ਆਨਸਰ ਨਿਕਲ ਕੇ ਆ ਜਾਏਗਾ। 0 ਆ ਗਈ, 5 ਤੋਂ 5 ਗਏ, ਫਿਰ 0 ਆ ਗਈ, 7 ਦੇ ਵਿੱਚੋਂ 1 ਗਿਆ, 6 ਆ ਗਿਆ। ਮਤਲਬ ਕਿ 600 ਰੁਪਏ ਦੀ ਉਸਨੇ ਅਨੀਤਾ ਨੇ ਉਹ ਵਸਤੂ ਵੇਚੀ ਹੈਗੀ। ਇਹ ਤਾਂ ਸੀਗਾ ਇਸ ਨੂੰ ਕੱਢਣ ਦਾ ਪਹਿਲਾ ਤਰੀਕਾ, ਠੀਕ ਹੈ। ਪਹਿਲਾ ਤਰੀਕਾ ਦੇਖੋ ਆਪਾਂ ਨੇ ਕਿਉਂ ਕੱਢਿਆ ਇਸ ਤਰੀਕੇ ਦੇ ਨਾਲ, ਕਿਉਂਕਿ ਦੇਖੋ 2 ਵਾਰੀ ਸੰਖਿਆਵਾਂ ਟੁੱਟੀਆਂ ਹੋਈਆਂ ਹੁੰਦੀਆਂ ਨੇ, 20 ਤੇ ਆਪਾਂ ਨੂੰ ਕੱਟਣਾ ਸੌਖਾ ਹੋ ਜਾਂਦਾ ਹੈਗਾ, ਠੀਕ ਹੈ। ਤਾਂ ਉਸ ਤੋਂ ਬਾਅਦ ਚਲੋ ਆਪਾਂ ਦੂਜੇ ਤਰੀਕੇ ਦੇ ਨਾਲ ਵੀ ਇਸ ਨੂੰ ਸੋਲਵ ਕਰ ਲੈਣਗੇ। ਇਸ ਦਾ ਦੇਖੋ ਆਪਣਾ ਆਨਸਰ ਆ ਚੁੱਕਾ ਸੀਗਾ 600, ਆਪਾਂ ਨੇ ਇੱਕ ਪਾਸੇ ਇਸ ਨੂੰ ਲਿਖ ਲਿਆ। ਇਸ ਦੇ ਨਾਲ ਆਪਾਂ ਬਾਅਦ ਦੇ ਵਿੱਚ ਮੈਚ ਵੀ ਕਰਨਾ ਇਸ ਦਾ ਆਨਸਰ, ਠੀਕ ਹੈ। ਉਸ ਤੋਂ ਬਾਅਦ ਦੇਖੋ ਆਪਾਂ ਨੇ ਇੱਥੇ ਪਤਾ ਲੱਗ ਗਿਆ ਆਪਾਂ ਨੂੰ ਕਿ ਇਹ ਵਸਤੂ ਹੈਗੀ ਜਿਹੜੀ 80% ਰਹਿ ਜਾਏਗੀ, ਜਿਹੜਾ ਇਸ ਦਾ ਮੁੱਲ ਹੋਏਗਾ ਵੇਚ ਮੁੱਲ, ਠੀਕ ਹੈ। ਤਾਂ ਆਪਾਂ ਨੇ ਕੀ ਕਰਨਾ ਸੀਗਾ 750 ਬਟਾ 100, ਆਪਾਂ ਨੇ 1% ਵੈਲਿਊ, ਇਹ ਮਤਲਬ ਇਹਦਾ ਮਤਲਬ ਹੁੰਦਾ ਹੈਗਾ ਕਿ 1% ਹੈਗਾ ਇਹ, 1% ਵੈਲਿਊ ਨਿਕਲ ਜਾਏਗੀ। 100% ਆਪਾਂ ਨੂੰ ਦਿੱਤੀ ਹੋਈ ਸੀਗੀ, 1% ਨਿਕਲ ਗਈ। ਪਹਿਲਾਂ ਆਪਾਂ ਨੇ 20 ਨਾਲ ਗੁਣਾ ਕੀਤੀ ਸੀ, ਮਤਲਬ ਕਿ 20% ਕੱਢਿਆ ਸੀਗਾ, ਫਿਰ ਉਸ ਨੂੰ 100 ਦੇ ਵਿੱਚ ਜੋੜ ਕੇ ਆਪਾਂ ਨੇ 100 ਦੇ ਵਿੱਚੋਂ ਘਟਾਇਆ ਸੀਗਾ, ਮਤਲਬ ਕਿ ਉਸ ਨੂੰ ਵੈਲਿਊ ਨੂੰ, ਤਾਂ 80% ਰੱਖ ਲਈ ਸੀਗੀ ਆਪਾਂ ਨੇ। ਉਸੇ ਤਰ੍ਹਾਂ ਹੁਣ ਆਪਾਂ ਨੇ ਕੀ ਕਰਨਾ ਹੈਗਾ, ਜੇਕਰ ਆਪਾਂ ਨੇ 20% ਕੱਢ ਸਕਦੇ ਹਾਂ ਤਾਂ ਆਪਾਂ 80% ਹੀ ਕੱਢ ਲਓ ਸਿੱਧਾ ਗੁਣਾ ਕਰਕੇ। ਆਪਾਂ ਦੇਖੋ ਇੱਥੇ 80 ਲਿਖ ਲਿਆ, ਠੀਕ ਹੈ। ਇਹ ਕੱਟਤੀ 0, ਇਹ ਵਾਲੀ 0, ਇਹ ਵਾਲੀ 0 ਕੱਟਤੀ, ਇਹ ਵਾਲੀ 0 ਕੱਟਤੀ, ਠੀਕ ਹੈ। ਤਾਂ ਦੇਖੋ ਇੱਥੇ ਆ ਗਿਆ ਆਪਣਾ 80, 8 ਦੇ ਨਾਲ ਆਪਾਂ ਨੇ ਗੁਣਾ ਕਰਨੀ ਹੈਗੀ 75 ਨੂੰ। 75 ਨੂੰ
8 ਦੇ ਨਾਲ ਆਪਾਂ ਨੇ ਗੁਣਾ ਕਰਨੀ ਹੈ, ਆਪਣਾ ਇਸ ਦਾ ਆਨਸਰ ਨਿਕਲ ਕੇ ਸਾਹਮਣੇ ਆ ਜਾਏਗਾ। ठीक है, तो इसकी जो देखो आप गुणा करांगे 8 के नाल 75 नूं, 75 दी 8 के नाल आपां गुणा करांगे, 0 आ जाएगा, 8 5 40 होंदेगा, 4 हासिल जाएगा। ठीक है, 56 ते 4 60 होंदा है, 600 देखो इसका आंसर निकल के आ गया। 600 ही पहला आया सीगा, ये आपां ने इत्थे लिखिया सीगा। देखो दो तरीके दे नाल आपां इसका आंसर कढ सकते हैं। पहला आंसर तो देखो जिहड़ी खरीद मुੱਲ दिता होएगा उस नूं आपां ने 100% मान लैणेगा, उस दे विच्चों आपां ने 20% वैल्यू कढ लैनी हैगी, क्योंकि 20% लॉस होया सीगा उस 100% दे विच्चों। जे तां देखो आपां नूं होएगा लाभ, जे तां होया हुंदा इत्थे लाभ आ 20% वैल्यू नूं आपां 100% वैल्यू दे विच जोड़ देना सीगा। 750 दे विच आपां ने 150 नूं जोड़ देना सीगा। जे तां होया हुंदा 20% लाभ, इत्थे होई हैगी 20% हानि, तां आपां ने इस दे विच्चों 150 घटा दित्ता सीगा। इसे तरह देखो दूजे तरीके दे नाल आपां कह सकदे हां 100 दे विच्चों घटाया सीगा, 80 रह गया सीगा। देखो इत्थे देखो 100 दे विच्चों 20 घटाया 80 रह गया, क्योंकि हानि हुई है। जेकर इत्थे होया हुंदा लाभ तां 100 दे विच इस वैल्यू नूं जोड़ देना सीगा आपां ने, तां इत्थे अपना 120 बन जाना सीगा। जिवें कि आपां ने 750/100 करके गुणा आपां ने 80 किया सीगा, फिर गुणा 120 हो जाता जेकर होया हुंदा लाभ। तां देखो अगला सवाल भी आपां इन्हां दोनों तरीकों दे नाल ही करके देखते हैं। उस तो बाद बाकी जिहड़ा तुहानूं तरीका वधिया लगे उस तरीके दे नाल तुसीं ने अपना सवाल कढ लेना होएगा। ठीक है, तो देखो अगले तरीके दे वल वधदे आपां। जोगिंदर ने एक वस्तु 960 रुपए की खरीदी है, तो उसनूं उसने बेच भी दिता। बेचण तो बाद आपां नूं बेच मुੱਲ तो नहीं दस्सिया, कहंदे बेच मुੱਲ तुसीं पता करोगे, असीं तुहानूं ये दस दिंदे कि उसनूं हानि कितनी हुई है कि उसनूं 25% हानि हो गई। उसने वस्तु नूं खरीद लिया, खरीदण तो बाद बेचता, कहंदे तुसीं हुण आपे पता कर लो कि किन्ने दी बेची होनी। तो देखो आपां की करांगे, अपना तरीका ला लांगे, आपां भी पता कर लांगे। फिर देखो 100% हुंदी हैगी ओह, आपां ने 100% लिख लिया। किन्ना हैगा 100%? 960, ये चीज़ लिख ली। तो उसनूं हानि हुई हैगी, हानि मतलब लॉस, मतलब कितनी हानि हुई है उसनूं 25% हानि हुई हैगी। तो SP कितना हो जाएगा? SP मतलब कि 100 दे विच्चों 25 घटा दो, 100 दे विच्चों 25 घटा दो, इत्थे अपना 75 आंसर आ जाएगा। 75 इसका आंसर आ जाएगा SP 75%। 75% मतलब कि ਜਿਹੜੀ आह वैल्यू ਆਪਾਂ ਨੂੰ 100% ਦਿੱਤੀ ਹੋਈ ਹੈ, ਜੇਕਰ ਆਪਾਂ ਇਸ ਨੂੰ ਘਟਾ ਕੇ 75% ਰੱਖ ਦਈਏ ਤਾਂ ਆਪਣਾ ਇਸ ਦਾ ਆਨਸਰ ਆ ਜਾਏਗਾ। ठीक है, देखो ਤੁਹਾਨੂੰ समझ आ रही होएगी गल कि की गल कह रहे हैं। देखो जे मतलब कि देखो 100% वैल्यू सीगी अपने आप दे विच 100% सीगी, इस दे विचों आपां ने 25% आपां नूं हानि होई है। जदों 25% आपां नूं इसकी हानि हो गई तां आपां ने की करना गा, इस दे विचों आपां ने वैल्यू नूं इस तरीके दे नाल घटाना गा कि वो वैल्यू हैगी जिहड़ी 75% वैल्यू अपने कोल बच जाए, वो इसका आंसर होएगा। देखो आपां नूं ये वैल्यू 100% दित्ती हुई है, 100% दित्ती हुई हैगी, तां आपां की करांगे, इसनूं 1% कढ लो, इस दे विच बटे दे विच आपां लिख लो 100, 1% होगी तां पहलां आपां 25% कढ लांगे, 25% कढ लिया। ठीक है, 25% कढण दे लई आपां ने की कीता, देखो इसनूं 0 दे नाल 0 कट दो। ठीक है, 5 दूनी 10 हुंदा हैगा, ते 5 दी 5 नाल गुणा कीती 25 आ गया। ठीक है, 2 एकम 2, 96 दा अध हुंदा हैगा 48, चौका 8, मतलब कि 48 नूं आपां 5 दे नाल जेकर करिए गुणा, ठीक है, 5 चौका 20, 200 हो गया, 200 ते 8 5 40, मतलब कि 240 इसका देखो एक तरह 20% आपां ने जदों उसका कढ़िया तां 240 अपने कोल आ गया, मतलब सॉरी अपने 25% कढ़िया जदों 240 अपने कोल निकल के सामने आ गया। देखो 100% वैल्यू तो ये दित्ती पई सीगी, ते उस तो बाद आपां ने 25% कड्ढी, 25% कितनी आ गई अपने कोल 240। ठीक है, मतलब कि जदों इन्हां नूं दोनां नूं घटाया सीगा, देखो इन्हां नूं दोनां नूं घटा के ये आ गया सीगा, तां आपां इन्हां नूं दोनां नूं घटा के इत्थे वाली वैल्यू लैके आवांगे। हुण देखो इन्हां नूं दोनां नूं घटा के ये वैल्यू निकली सीगी अपने कोल, तां इन्हां नूं दोनां नूं घटा के आपां ए वाली वैल्यू लैके आवांगे, तां देखो घटा दो, फिर 0 दी 0 आ गई, 6 दे विच्चों 4 गए तां 2 आ गया अपने कोल। ठीक है, उस तो बाद 9 दे विच्चों 2 गए 7, 720 अपना इसका आंसर हो जाएगा इस सवाल का। ठीक है, ये सीगा पहला तरीका, 720 अपना आंसर आ गया सीगा, 720 आपां इत्थे लिख लिया। तो हुण आपां कढदे हां दूजे तरीके दे नाल, 960/100 कर लिया। आपां ने पहलां की कीता 75% आपां ने
ਕੱਢਿਆ ਸੀਗਾ, ਮਤਲਬ ਕਿ ਆਪਾਂ ਨੇ 25% ਕੱਢ ਕੇ 100% ਦੇ ਵਿੱਚੋਂ 25% ਨੂੰ ਘਟਾਤਾ, 75% ਰਹਿ ਗਿਆ ਸੀਗਾ। ਹੁਣ ਦੇਖੋ ਆਪਾਂ ਨੇ ਇੱਥੇ 25 ਲਿਖ ਕੇ 25 ਦੇ ਨਾਲ ਗੁਣਾ ਕੀਤੀ, ਠੀਕ ਹੈ। ਆਪਾਂ ਨੇ 25% ਕੱਢਿਆ, ਫਿਰ ਉਸ ਨੂੰ ਆਪਾਂ ਨੇ 100% ਦੇ ਵਿੱਚੋਂ ਘਟਾਇਆ। ਉਹਦੇ ਨਾਲੋਂ ਤਾਂ ਦੇਖੋ ਆਪਾਂ ਜੇਕਰ ਇੱਥੇ 75% ਹੀ ਸਿੱਧਾ ਲਿਖ ਲਈਏ, 75% ਵੀ ਆ ਜਾਏਗਾ ਜਦੋਂ ਆਪਣੇ 25% ਆ ਗਏ ਇੱਥੋਂ, ਤਾਂ ਆਪਾਂ ਸਿੱਧਾ ਇੱਥੇ ਲਿਖ ਲਓ 75, ਠੀਕ ਹੈ। ਆਪਾਂ ਨੇ 75 ਲਿਖ ਲਿਆ, 0 ਦੇ ਨਾਲ 0 ਕੱਟ ਲਓ, ਠੀਕ ਹੈ। 5 ਦੂਣੀ 10 ਹੁੰਦਾ ਹੈਗਾ, ਹਾਂ 5 ਦੇ ਪਹਾੜੇ 'ਚ 2 ਤੇ ਆਉਂਦਾ ਹੈਗਾ, 5 ਦੇ ਪਹਾੜੇ 'ਚ 15 ਤੇ ਆਉਂਦਾ ਹੈਗਾ, ਠੀਕ ਹੈ। ਉਸ ਤੋਂ ਬਾਅਦ 2 ਏਕਮ 2, ਇੱਥੇ ਕਿੰਨਾ ਹੋ ਗਿਆ 96 ਦਾ 48 ਹੁੰਦਾ ਹੈਗਾ, 48 ਕਹਿ ਸਕਦੇ ਹਾਂ ਇਸਨੂੰ। ਇਹ ਚੀਜ਼ ਹੋ ਗਿਆ। ਤਾਂ 48 ਦੀ ਆਪਾਂ ਨੇ 15 ਦੇ ਨਾਲ ਗੁਣਾ ਕਰ ਦੇਣੀ ਹੈਗੀ, 48 ਦੀ 15 ਦੇ ਨਾਲ। ਦੇਖੋ ਪਹਿਲਾਂ ਆਪਾਂ ਕਰ ਲਓ ਇਸ ਨੂੰ ਸਾਫ਼, ਆਪਾਂ ਨੂੰ ਪਤਾ ਲੱਗ ਗਿਆ ਕਿ 48 ਦੀ ਆਪਾਂ ਨੇ 15 ਦੇ ਨਾਲ ਗੁਣਾ ਕਰਨੀ ਹੈ, ਤਾਂ ਆਪਾਂ ਬਾਕੀ ਨੂੰ ਸਾਫ਼ ਹੀ ਕਰ ਦਿਓ। 48 ਗੁਣਾ 15, ਦੇਖੋ 5 ਦੀ ਆਪਾਂ ਨੇ 48 ਦੇ ਨਾਲ ਗੁਣਾ ਕੀਤੀ ਸੀਗੀ, ਤਾਂ ਆਪਣੇ ਕੋਲ ਆ ਗਿਆ ਸੀਗਾ 240, ਠੀਕ ਹੈ। ਇਸ ਨੂੰ ਕਰ ਲਓ ਕ੍ਰੋਸ, 48 ਦੀ 1 ਦੇ ਨਾਲ ਗੁਣਾ ਕਰੋ, ਇੱਥੇ ਆ ਜਾਏਗਾ 48, 0 ਆ ਗਈ, 8 ਤੇ 4 12, 2 ਹੁੰਦਾ ਹੈਗਾ, ਠੀਕ ਹੈ। ਹਾਸਲ 1 ਚਲਾ ਜਾਏਗਾ, 4 ਤੇ 3 ਮਤਲਬ ਕਿ 1 ਹਾਸਲ ਸੀਗਾ ਨਾ, 720। ਦੇਖੋ ਇਸ ਦਾ ਆਨਸਰ ਇਸ ਤਰੀਕੇ ਦੇ ਨਾਲ ਵੀ ਆਪਣਾ 720 ਆਨਸਰ ਨਿਕਲ ਕੇ ਸਾਹਮਣੇ ਆ ਗਿਆ, ਠੀਕ ਹੈ। ਤਾਂ ਦੇਖੋ ਆਪਾਂ ਇਹ ਤਾਂ ਕੱਢ ਲਈ ਹਾਨੀ ਪ੍ਰਤੀਸ਼ਤ। ਜੇਕਰ ਹੁੰਦਾ ਇੱਥੇ ਆਪਾਂ ਨੂੰ ਲਾਭ, ਜੇਕਰ ਉਹ ਆਪਾਂ ਨੂੰ ਇਸ ਤਰੀਕੇ ਦੇ ਨਾਲ ਕਹਿ ਦਿੰਦੇ ਕਿ ਜੋਗਿੰਦਰ ਨੇ ਕੋਈ ਵਸਤੂ 960 ਰੁਪਏ ਦੀ ਖਰੀਦੀ ਅਤੇ ਉਸ ਨੂੰ ਵੇਚਤਾ, ਵੇਚ ਕੇ ਉਹਨਾਂ ਨੂੰ ਦੇਖੋ ਇੱਥੇ 25% ਆਪਾਂ ਨੂੰ ਲਾਭ ਕਿਹਾ ਹੋਏਗਾ ਇਹਨਾਂ ਨੇ, ਠੀਕ ਹੈ। ਜੇ ਉਹ ਕਹਿ ਦਿੰਦੇ ਕਿ ਇੱਥੇ 25% ਉਹਨਾਂ ਨੂੰ ਲਾਭ ਹੋਏਗਾ, ਇੱਥੇ ਹਾਨੀ ਕਿਹਾ ਹੋਇਆ। ਜੇਕਰ ਉਹ ਕਹਿ ਦਿੰਦੇ ਲਾਭ ਹੋਇਆ, ਤਾਂ ਦੇਖੋ ਹੁਣ ਆਪਾਂ ਨੇ ਕੀ ਕੀਤਾ ਸੀਗਾ, ਹਾਨੀ ਕਰਕੇ ਆਪਾਂ ਨੇ 100 ਦੇ ਵਿੱਚੋਂ 25 ਘਟਾਇਆ ਸੀਗਾ। ਫਿਰ ਆਪਾਂ ਨੇ ਕੀ ਕਰਨਾ ਸੀਗਾ, 100 ਦੇ ਵਿੱਚ 25 ਜੋੜ ਦੇਣਾ ਸੀਗਾ, ਇੱਥੇ 75 ਹੈ, ਇੱਥੇ 125 ਹੋ ਜਾਂਦਾ ਆਪਣਾ, ਠੀਕ ਹੈ। ਤਾਂ ਫਿਰ ਆਪਾਂ ਨੇ ਦੇਖੋ ਉਸ ਤੋਂ ਅਗਲਾ ਸਟੈਪ ਕੀ ਕੀਤਾ, ਇਸ ਨੂੰ ਕੱਟ ਕੇ 125 ਆ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੇ ਕੀ ਕੀਤਾ, 960 ਦੇ ਨੀਚੇ 100 ਲਿਖਿਆ ਸੀਗਾ, ਠੀਕ ਹੈ। ਅਤੇ ਆਪਾਂ ਨੇ ਗੁਣਾ 75 ਕੀਤਾ ਸੀਗਾ, 75 ਕਰਨ ਦੀ ਬਜਾਏ ਆਪਾਂ ਇੱਥੇ 125 ਕਰ ਲਾਂਗੇ, ਠੀਕ ਹੈ। ਜਾਂ ਤਾਂ ਆਪਾਂ 125 ਕਰ ਲਾਂਗੇ, ਅਤੇ ਜਾਂ ਫਿਰ ਆਪਾਂ 25 ਦੇ ਨਾਲ ਗੁਣਾ ਕਰਕੇ 100% ਦੇ ਵਿੱਚ ਇਸ ਨੂੰ ਜੋੜ ਦਾਂਗੇ, ਠੀਕ ਹੈ। ਇਸ ਤਰੀਕੇ ਦੇ ਨਾਲ ਵੀ ਆਪਾਂ ਇਸ ਦਾ ਆਨਸਰ ਕੱਢ ਸਕਦੇ ਹਾਂ ਜੇਕਰ ਲਾਭ ਹੋਇਆ ਹੁੰਦਾ। ਤਾਂ ਇਸ ਤੋਂ ਬਾਅਦ ਦੇਖੋ ਆਪਾਂ ਵੱਧਦੇ ਹਾਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਸੁਖਵੀਰ ਨੇ ਕੋਈ ਵਸਤੂ 1580 ਰੁਪਏ ਦੀ ਖਰੀਦੀ ਹੈ। ਸੁਖਵੀਰ ਨੇ ਕੋਈ ਵਸਤੂ 1580 ਰੁਪਏ ਵਿੱਚ ਖਰੀਦੀ ਅਤੇ ਉਸ ਨੂੰ ਵੇਚਣ 'ਤੇ 40% ਦਾ ਲਾਭ ਹੋਇਆ। ਚਲੋ ਆਪਾਂ ਨੇ ਦੇਖੋ ਕੱਲ੍ਹ ਆਪਾਂ ਨੇ ਵੈਸੇ ਲਾਭ ਵਾਲੇ ਕਰ ਲਏ ਸੀਗੇ, ਅਤੇ ਅੱਜ ਇੱਕ ਸਵਾਲ ਹੋਰ ਕਰ ਲੈਂਦੇ ਹਾਂ, ਠੀਕ ਹੈ। ਰਿਵੀਜ਼ਨ ਹੋ ਜੂਗੀ ਤੁਹਾਡੀ ਇੱਕ ਤਰ੍ਹਾਂ। ਅਤੇ ਆਪਾਂ ਨੇ ਉਸ ਦਾ ਵੇਚ ਮੁੱਲ ਪਤਾ ਕਰਨਾ ਹੈਗਾ, ਵੇਚ ਮੁੱਲ ਪਤਾ ਕਰਨਾ ਹੈਗਾ। CP ਆਪਾਂ ਨੂੰ ਦਿੱਤਾ ਹੋਏਗਾ, CP ਕਿੰਨਾ ਦਿੱਤਾ ਹੋਏਗਾ 1580, ਮਤਲਬ ਕਿ 100% ਲਿਖੋ ਪਹਿਲਾਂ, 100% ਦਿੱਤਾ ਹੋਏਗਾ, ਠੀਕ ਹੈ। 100% ਮਤਲਬ ਕਿ 1580 ਆਪਾਂ ਨੂੰ ਦਿੱਤਾ ਹੋਏਗਾ। ਉਸ ਤੋਂ ਬਾਅਦ ਲਾਭ ਕਹਿੰਦੇ ਨੇ, ਮਤਲਬ ਲਾਭ ਮਤਲਬ ਪ੍ਰੋਫਿਟ, P ਲਿਖ ਲਿਆ ਆਪਾਂ ਨੇ, ਕਿੰਨਾ ਹੋਏਗਾ 40%, 40 ਇੱਥੇ ਲਿਖ ਲਿਆ, 40% ਲਿਖ ਲਿਆ। ਅਤੇ ਉਸ ਤੋਂ ਬਾਅਦ ਆਪਾਂ ਨੇ ਕੱਢਣਾ ਹੈਗਾ SP ਲਿਖ ਲਓ, SP 100 ਜੋੜ 40 ਲਿਖ ਲਓਗੇ, ਮਤਲਬ ਕਿ 100 ਜੋੜ 40 ਬਰਾਬਰ 140 ਹੋ ਜਾਏਗਾ। ਤਾਂ ਇੰਨਾ ਵੱਡਾ ਲਿਖਣ ਦੀ ਬਜਾਏ ਆਪਾਂ ਇੱਥੇ ਹੀ 140 ਲਿਖ ਲੈਂਦੇ ਹੈਗੇ, 140 ਆਪਾਂ ਨੇ ਲਿਖ ਲਿਆ। ਦੇਖੋ ਇਹਨਾਂ ਨੂੰ ਸਾਰਿਆਂ ਨੂੰ ਜੋੜਿਆ ਪਹਿਲਾਂ ਇਹਨਾਂ ਨੇ, ਠੀਕ ਹੈ। ਇਹਨਾਂ ਨੂੰ 100% ਤਾਂ ਦੇਖੋ ਆਪਾਂ ਨੂੰ ਦਿੱਤੀ ਪਈ ਹੈ ਵੈਲਿਊ। ਉਸ ਤੋਂ ਬਾਅਦ ਆਪਾਂ ਇੱਥੇ 40% ਕੱਢ ਕੇ ਇੱਥੇ ਲਿਖ ਲਾਂਗੇ, ਫਿਰ ਆਪਣੀ ਇੱਥੇ 140% ਆ ਜਾਏਗੀ। ਇਹਨਾਂ ਨੂੰ ਜੋੜਿਆ ਜਦੋਂ ਇਹਨਾਂ ਨੇ, ਤਾਂ ਆਪਾਂ ਇਹਨਾਂ ਨੂੰ ਵੀ ਜੋੜ ਲਾਂਗੇ। ਦੇਖੋ ਕਿਵੇਂ ਕਰਾਂਗੇ, ਦੇਖੋ 40% ਵੈਲਿਊ ਕੱਢਣ ਦੇ ਵਾਸਤੇ ਆਪਾਂ ਕੀ ਕਰਾਂਗੇ, ਇਹ ਵੈਲਿਊ ਆਪਣੇ ਕੋਲ 100% ਹੈਗੀ, ਪਹਿਲਾਂ ਇਸ ਨੂੰ 1% ਕੱਢਾਂਗੇ। 1% ਕੱਢਣ ਦੇ ਵਾਸਤੇ ਆਪਾਂ ਨੀਚੇ 100 ਲਗਾ ਦਿੰਦੇ ਹੁੰਦੇ ਹਾਂ, ਕਿਉਂਕਿ 100% ਹੈ। ਇਸ ਦੇ 100 ਟੁਕੜੇ ਜਦੋਂ ਆਪਾਂ ਨੇ ਕੀਤੇ, ਇੱਕ ਟੁਕੜਾ ਆਪਣੇ ਕੋਲ ਆ ਬਚ ਗਿਆ, ਠੀਕ ਹੈ। ਗੁਣਾ ਆਪਾਂ ਕਿੰਨੇ ਨਾਲ ਕਰਨੀ ਹੈਗੀ, 40 ਦੇ ਨਾਲ, ਕਿਉਂਕਿ ਆਪਾਂ ਨੇ 40% ਕੱਢਣੀ ਹੈ। ਫਿਰ ਇਸ ਨੂੰ 100% ਦੇ ਵਿੱਚ ਆਪਾਂ ਜੋੜ ਦਾਂਗੇ, 0 ਦੇ ਨਾਲ ਕੱਟ ਦਿਓ 0, ਉੱਪਰਲੀ 0 ਦੇ ਨਾਲ ਵੀ 0 ਕੱਟ ਲਓ, ਠੀਕ ਹੈ। ਤਾਂ ਇੱਥੇ ਆਪਣਾ ਕਿੰਨਾ ਬਚ ਗਿਆ 158 ਦੀ ਜਦੋਂ ਆਪਾਂ ਨੇ 4 ਦੇ ਨਾਲ ਗੁਣਾ ਕੀਤੀ, ਠੀਕ ਹੈ। ਜਦੋਂ ਆਪਾਂ ਨੇ 4 ਦੇ ਨਾਲ ਇਸ ਦੀ ਗੁਣਾ ਕੀਤੀ, ਤਾਂ ਆਪਣਾ ਦੇਖੋ ਕਿੰਨਾ ਆਨਸਰ ਆ ਜਾਏਗਾ 158 ਦੀ। ਜਦੋਂ ਆਪਾਂ ਨੇ 150 ਦੀ ਕੀਤੀ, 15 ਚੌਕਾ 60, 600, 8 ਚੌਕਾ 32, 632। ਦੇਖੋ ਆਪਣਾ ਇਸ ਦਾ ਆਨਸਰ ਆ ਜਾਏਗਾ 632, ਮਤਲਬ ਕਿ 40% ਵੈਲਿਊ ਆਪਣੇ ਕੋਲ 632 ਆ ਚੁੱਕੀ ਹੈਗੀ, 40%, ਠੀਕ ਹੈ। ਤਾਂ 1580 ਹੈਗਾ ਜਿਹੜਾ, ਇੱਥੇ 40% 632 ਆਪਣੀ ਆ ਚੁੱਕੀ ਹੈਗੀ, ਤਾਂ 140% ਬਣ ਜਾਏਗੀ। ਦੇਖੋ ਜਦੋਂ ਆਪਾਂ ਨੇ ਇਹਨਾਂ ਦਾ ਜੋੜ ਕੀਤਾ 2 ਆ ਗਿਆ,
ठीक है। इत्थे आ जाएगा 11 का 1 हासल 1 जाएगा, 12 का 2 तो हासल 1 2, मतलब कि 2212 अपना इसका इस तरीके दे नाल आंसर आ जाएगा। तो आपां जेकर कड्ढना होवे दूजे तरीके दे नाल, इस दे नीचे लगावांगे 100 गुणा करांगे 140 दे नाल, क्योंकि 140% आपां ने कड्ढना सीगा। ठीक है, 140 जीरो दे नाल आ दोनों जीरोआं कट लो। ठीक है, उस तो बाद देखो आपां ने पहला किन्ना दे नाल गुणा कीती सीगी, 4 दे नाल, 4 दे नाल गुणा कीती सीगी। हुण किन्ने दे नाल गुणा करनी है आपां? 4 दे नाल पहली गल तां 4 दे नाल गुणा करदे हुंदे आ। देखो एक गल तुहानूं दसना चाहुंदे आ कि देखो 1500 158 हैगा। ठीक है, 158 दी आपां ने गुणा किन्ने दे नाल करनी है? 14 दे नाल। 14 दे नाल करनी है कि देखो पहलां 4 दे नाल कीती सीगी, पहलां 4 दे नाल गुणा कीती सीगी, अपना किन्ना आंसर आ गया सीगा? पहलां 4 दे नाल गुणा कीती सीगी 632 आंसर आ गया सीगा। उस तो बाद आपां 1 दे नाल गुणा करने आ। देखो 1 दे नाल गुणा करन दा मतलब ये नहीं हुंदा कि आपां 1 दे नाल गुणा कर रहे हां, इहदा मतलब ये हुंदा हैगा कि आपां 10 दे नाल गुणा कर रहे हां, 10 दे नाल गुणा कर रहे हैं, इहदा मतलब ये हुंदा हैगा 10 दे नाल। क्यों? देखो 632 तो आपां ने लिख लिया, चलो एक बार आपां छोटे अक्षर पा लैंदे गे 158। ठीक है, इत्थे सीगा 14, तो इत्थे आपां ने जदों इस दी गुणा की 632 अपना आंसर आ गया। ठीक है, तो 632 अपना ये आ गया। उस तो बाद तो आपां 1 दे नाल गुणा करो, 1 दे नाल नहीं आपां इसका मतलब गुणा कर रहे हुंदे, इसका मतलब आपां 1 दे नाल गुणा नहीं कर रहे हुंदे, इहदा मतलब हुंदा है कि आपां 10 दे नाल इसकी गुणा कर रहे हुंदे आंगे। 10 दे नाल क्यों मन सकते हैं? क्योंकि देखो आपां इत्थे क्रॉस लगाउने हुंदे आ। देखो जेकर आपां इसनूं 1 दे नाल गुणा करते हुंदे तां आपां ने 158 लिखना सीगा। ठीक है, पर आपां इसनूं 1580 लिख रहे हांगे, 1580 आ जीरो की जगह पर आपां क्रॉस लगाने हुंदे आ, इसनूं आपां इसे तरह छड्डदे हुंदे आ, क्योंकि आ अखर इकाई का अखर हैगा। ठीक है, आ अखर दहाई का हैगा, तां करके आपां एक अखर इत्थे छड्ड रहे हुंदे आ, क्रॉस लगाउने हुंदे आ। वैसे इत्थे जीरो आउंदी हुंदी हैगी, आपां ने अपने कोलों चला लिया ये कि आपां ने इत्थे घाट ही लगानी हुंदी है। ठीक है, तो आपां इन्हां दा जोड़ करदे हुंदे आ 2। ठीक है, 1 आ गया इत्थे, तो 1 हसल चला गया, 6 ते 6 12, 2 फिर इत्थे 2 आ जाएगा, 2212 अपना इसका आंसर निकल के आ जाएगा जो आप 14 के नाल इसकी गुणा करांगे। ठीक है, तो देखो ये तरीका भी हो गया अपना, आपने मतलब कि इसका प्रॉफिट इत्थे 2212 इसका आंसर निकल के आ गया। देखो पिछले सवाल का 2212 ही अपने पिछले तरीके दे नाल, दोनों तरीकों के नाल अपने 2212 इसका आंसर कढ़िया सीगा। ठीक है, उस तो बाद आप अगले प्रश्न के वल चलते हैं। अगला प्रश्न है जिहड़ा अपने उस सवाल नूं 2212 देखो दिता होएगा, उस सवाल नूं अपने रिवर्स करके कटेगा, उस सवाल नूं अपने रिवर्स करके लिखा। देखो सब तो पहलां तो आपां इसकी स्टेटमेंट समझते हैं की हैगा, उस दे नालों रिवर्स कीता तां किवें कीता है। कांता कौर ने कोई वस्तु 2212 रुपए की बेची। ठीक है, 2212 की बेची। देखो 2212 अपने पिछले सवाल दे विच बेच मुੱਲ कढ़िया सीगा, इत्थे आपां ने बेच मुੱਲ 2212 नूं ही लै लिया कि आपां नूं बेच मुੱਲ पता हैगा, तो उसनूं 40% लाभ होया, पिछले दे विच भी 40% लाभ होया सीगा। ठीक है, उस दे विच आपां नूं बेच मुੱਲ दिता, आपां नूं खरीद मुੱਲ दिता होया सीगा। खरीद मुੱਲ देखो किन्ना दिता होया सीगा, खरीद मुੱਲ आपां देख ही लैने आंगे, 1580 खरीद मुੱਲ दिता होया सीगा, 40% लाभ होया सीगा, आपां ने बेच मुੱਲ पता कीता सीगा। ते अगले सवाल दे विच की हैगा, इस सवाल दा रिवर्स हैगा कि आपां नूं बेच मुੱਲ तां दे रखिया जिहड़ा आपां ने पिछले सवाल दा आंसर कढ़िया सीगा, ते लाभ भी दे रखिया, आपां ने खरीद मुੱਲ पता करना हैगा। खरीद मुੱਲ किन्ना हैगा देखो आपां ने पिछले सवाल दे विच देख ही लिया हैगा 1580 हैगा। तां देखो इसनूं सॉल्व किवें करांगे, सॉल्व करन दे वास्ते आपां पहलां इसदी CP, ठीक है, CP किन्नी हैगी, CP मतलब कि खरीद मुੱਲ, खरीद मुੱਲ आपां नूं दिता नहीं होया, जदों आपां नूं दिता नहीं होया तां आपां इसनूं 100% मान लांगे, 100% मान लिया। प्रॉफिट आपां नूं किन्ना दिता होएगा, प्रॉफिट दिता होएगा आपां नूं 40%। ठीक है, तो SP किन्ना बन गया अपने कोल, देखो SP किन्ना बन गया, आपां नूं लाभ की गल होई है, जदों लाभ होवे तां आपां ने करना हुंदा हैगा जोड़ 140 अपना इत्थे हो जाएगा। ये जदों देखो ये हो गया अपने कोल 140। ठीक है, सब तो पहलां तो देखो आपां ने किस तरह करना हुंदा हैगा, ये इसका कड्डांगे आपां 10% कढ़ के। ठीक है, 10% कढ़ के फिर आपां उसदी 4 दे नाल गुणा कर लो, 40% बन जाएगा वो। मतलब कि देखो जिहड़े आपां नूं इसका खरीद मुੱਲ जेकर तां दिता होवे, पर इस दे विच आपां नूं दिता नहीं होया खरीद मुੱਲ, तां हुण देखो आपां नूं दिता होएगा बेच मुੱਲ। बेच मुੱਲ किन्ना दिता होएगा, आपां नूं दिता होएगा 2212।
2212 रुपए ਆਪਾਂ ਨੂੰ ਵੇਚ ਮੁੱਲ ਦਿੱਤਾ ਹੋਏਗਾ। ਵੇਚ ਮੁੱਲ ਕਿੰਨਾ ਪਰਸੈਂਟ ਹੈਗਾ 140%। ਵੇਚ ਮੁੱਲ ਕਿੰਨਾ ਹੈਗਾ 140%। ਤਾਂ ਆਪਾਂ ਸਭ ਤੋਂ ਪਹਿਲਾਂ 1% ਕੱਢ ਕੇ 100 ਦੇ ਨਾਲ ਗੁਣਾ ਕਰ ਲਾਂਗੇ। ਦੇਖੋ ਧਿਆਨ ਦਿਓ, ਜਿਵੇਂ ਕਿ ਆਪਾਂ ਨੇ ਪਿਛਲੇ ਸਵਾਲ ਦੇ ਵਿੱਚ ਕੀਤਾ ਸੀਗਾ, ਇੱਥੇ ਆਪਾਂ ਨੂੰ 1580 ਦਿੱਤਾ ਹੋਇਆ ਸੀਗਾ। ਠੀਕ ਹੈ, 1580 ਦਿੱਤਾ ਹੋਇਆ ਸੀਗਾ। 1580 ਦੇ ਨੀਚੇ ਆਪਾਂ 100 ਲਗਾ ਲੈਂਦੇ ਸੀਗੇ। ਆਪਾਂ ਇਹ ਮੰਨਦੇ ਸੀਗੇ ਕਿ ਇਹ ਵੈਲਿਊ ਹੈਗੀ ਜਿਹੜੀ 1% ਹੋ ਗਈ, 1% ਹੋ ਗਈ ਤਾਂ ਆਪਾਂ ਉਸ ਦੀ 20 ਦੇ ਨਾਲ ਗੁਣਾ ਕਰ ਲੈਂਦੇ ਸੀਗੇ। 20% ਕੱਢਣ ਦੇ ਵਾਸਤੇ 40% ਕੱਢਣ ਦੇ ਵਾਸਤੇ 40 ਨਾਲ ਗੁਣਾ ਕਰ ਲੈਂਦੇ ਸੀਗੇ। ਠੀਕ ਹੈ, ਤੇ 140 ਕੱਢਣ ਦੇ ਵਾਸਤੇ ਆਪਾਂ 140 ਦੇ ਨਾਲ ਵੀ ਗੁਣਾ ਕਰਕੇ ਆਏ ਹਾਂ ਪਿਛਲੇ ਸਵਾਲ ਦੇ ਵਿੱਚ। ਦੇਖੋ ਮਤਲਬ ਕਿ ਦੇਖੋ ਜਿਹੜੀ ਆਪਾਂ ਨੂੰ ਵੈਲਿਊ ਦਿੱਤੀ ਹੁੰਦੀ ਸੀਗੀ, ਮਤਲਬ ਕਿ ਦੇਖੋ 1580 ਆਪਾਂ ਨੂੰ ਦਿੱਤਾ ਹੋਏਗਾ। 1580 ਆਪਾਂ ਨੂੰ ਦਿੱਤਾ ਹੋਏਗਾ। 1580 ਦੇ ਨੀਚੇ ਆਪਾਂ ਕੀ ਲਗਾਉਂਦੇ ਸੀਗੇ 100। ਕਿਉਂ 100 ਲਗਾਉਂਦੇ ਸੀ? ਕਿਉਂਕਿ ਆਹ ਵੈਲਿਊ 100% ਹੁੰਦੀ ਸੀਗੀ, 100% ਹੁੰਦੀ ਸੀ। ਇਸ ਦੇ ਨੀਚੇ 100 ਲਗਾਉਂਦੇ ਸੀਗੇ। ਹੁਣ ਦੇਖੋ ਹੁਣ ਆਪਾਂ ਨੂੰ ਕੀ ਦਿੱਤਾ ਹੋਏਗਾ, ਹੁਣ ਆਪਾਂ ਨੂੰ ਆਹ ਵੈਲਿਊ ਦਿੱਤੀ ਹੋਈ ਹੈਗੀ, ਆਹ ਵਾਲੀ ਕਿੰਨੀ ਪਰਸੈਂਟ ਦਿੱਤੀ ਹੋਈ ਹੈਗੀ 140%। 140% ਦਿੱਤੀ ਹੋਈ ਹੈ ਤਾਂ ਇਸ ਵੈਲਿਊ ਦੇ ਨੀਚੇ ਆਪਾਂ 140 ਲਿਖਾਂਗੇ। ਦੇਖੋ ਸਮਝ ਆ ਗਿਆ ਹੋਵੇਗਾ 2212। ਇਸ ਦੇ ਨੀਚੇ ਕਿੰਨਾ ਲਿਖਾਂਗੇ ਆਪਾਂ 140 ਲਿਖਾਂਗੇ। ਫਿਰ ਇਹ 1% ਨਿਕਲ ਜਾਏਗਾ। ਪਹਿਲਾਂ 100 ਲਿਖ ਕੇ ਨਿਕਲ ਗਿਆ ਸੀਗਾ ਕਿਉਂਕਿ 100 ਦੇ ਸਾਹਮਣੇ ਵੈਲਿਊ ਦਿੱਤੀ ਹੋਈ ਸੀਗੀ। ਹੁਣ ਆਪਾਂ ਨੂੰ 140 ਦੇ ਸਾਹਮਣੇ ਦਿੱਤੀ ਹੋਈ ਆ ਤਾਂ ਕਰਕੇ ਆਪਾਂ 140 ਨੂੰ ਨੀਚੇ ਲਿਖ ਲਾਂਗੇ ਤਾਂ 1% ਨਿਕਲ ਜਾਏਗਾ। ਆਪਾਂ ਨੇ ਪਤਾ ਕਿੰਨਾ ਕਰਨਾ ਹੈਗਾ, ਆਪਾਂ ਨੇ ਕੀ ਪਤਾ ਕਰਨਾ ਹੈਗਾ ਖਰੀਦ ਮੁੱਲ। ਖਰੀਦ ਮੁੱਲ ਕਿੰਨਾ ਹੁੰਦਾ ਹੈਗਾ 100% ਹੁੰਦਾ ਹੈਗਾ। 100% ਹੁੰਦਾ ਤਾਂ ਆਪਾਂ 100 ਦੇ ਨਾਲ ਇਸ ਦੀ ਗੁਣਾ ਕਰ ਲਾਂਗੇ ਤੇ ਜਾਂ ਫਿਰ ਇਸ ਦੀ 40 ਨਾਲ ਗੁਣਾ ਕਰਕੇ 140 ਦੇ ਵਿੱਚੋਂ ਘਟਾ ਦਾਂਗੇ 100%, ਉਹ ਵੀ ਰਹਿ ਜਾਏਗਾ। ਜਿਹੜਾ ਤਰੀਕਾ ਤੁਹਾਨੂੰ ਵਧੀਆ ਲੱਗੇ ਉਸ ਤਰੀਕੇ ਦੇ ਨਾਲ ਤੁਸੀਂ ਨੇ ਇਸ ਨੂੰ ਸੋਲਵ ਕਰ ਲੈਣਾ ਹੈਗਾ। ਤਾਂ ਦੇਖੋ ਉਸ ਤੋਂ ਬਾਅਦ ਇਹ ਚੀਜ਼ ਦੇਖੋ ਆਪਣਾ ਇੱਥੋਂ ਤੱਕ ਨਿਕਲ ਕੇ ਸਾਹਮਣੇ ਆ ਗਿਆ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਨੇ ਇਸ ਨੂੰ ਕੀ ਕਰਨਾ ਹੈਗਾ, ਇਸ ਨੂੰ ਆਪਾਂ ਕੱਟ ਸਕਦੇ ਹਾਂ। ਠੀਕ ਹੈ, ਇਹਨੂੰ ਆਪਾਂ 2 ਤੇ ਕੱਟ ਲਓ। ਚਲੋ ਇਸ ਨੂੰ 2 ਤੇ ਕੱਟਿਆ। 2200 ਦਾ ਅੱਧ 1100 ਹੁੰਦਾ, 11 12 ਦਾ ਅੱਧ 6 1106 ਬਣ ਗਿਆ। ਇਸ ਚੀਜ਼ ਨੂੰ ਜਦੋਂ ਆਪਾਂ ਨੇ 2 ਤੇ ਡਿਵਾਈਡ ਕੀਤਾ, ਇਸ ਨੂੰ ਡਿਵਾਈਡ ਕੀਤਾ ਜਦੋਂ ਆਪਾਂ ਨੇ 2 ਤੇ, ਤਾਂ ਇਸ ਦਾ ਆਪਣਾ ਬਣ ਗਿਆ 70। 140 ਦਾ ਅੱਧ 70 ਹੁੰਦਾ ਹੈਗਾ। ਠੀਕ ਹੈ, ਉਸ ਤੋਂ ਬਾਅਦ ਦੇਖੋ ਆਪਾਂ ਨੇ 1106 ਦਾ 2 ਤੇ ਡਿਵਾਈਡ ਕੀਤਾ, ਫਿਰ ਮਤਲਬ ਕਿ ਇਸ ਦਾ ਅੱਧ ਕੀਤਾ। ਠੀਕ ਹੈ, ਤਾਂ ਇਸ ਦਾ ਬਣ ਜਾਏਗਾ 1100 ਦਾ ਅੱਧ ਹੁੰਦਾ ਹੈਗਾ 550, 6 ਦਾ ਅੱਧ ਫਿਰ 553 ਬਣ ਗਿਆ ਇਸ ਚੀਜ਼ ਦਾ। ਠੀਕ ਹੈ, ਇਸ ਦਾ ਅੱਧ ਕੀਤਾ 35 ਰਹਿ ਗਿਆ ਇੱਥੇ। ਤਾਂ ਦੇਖੋ ਉਸ ਤੋਂ ਬਾਅਦ ਕੱਟ ਰਹੇਗਾ 35 ਕਿੰਨੇ ਤੇ ਕੱਟ ਰਹੇਗਾ 35 5 ਦੇ ਪਹਾੜੇ 'ਚ 7 ਤੇ ਆਉਂਦੇਗਾ। ਠੀਕ ਹੈ, ਇਹ 5 ਦੇ ਪਹਾੜੇ 'ਚ 20 ਤੇ ਆਉਂਦੇਗਾ। 5 ਦੇ ਪਹਾੜੇ ਦੇ ਵਿੱਚ 20 ਤੇ ਆਉਂਦੇਗਾ। ਦੇਖੋ ਉਸ ਤੋਂ ਬਾਅਦ ਕਿੰਨਾ ਕੱਟ ਰਹੇਗਾ, ਨਹੀਂ ਕੱਟ ਰਿਹਾ। ਦੇਖੋ ਉਸ ਤੋਂ ਬਾਅਦ ਤਾਂ ਆਪਣੇ ਕੋਲ ਕਿੰਨਾ ਬਚ ਗਿਆ, ਦੇਖੋ ਇੱਕ ਵਾਰ ਆਪਾਂ ਇਸ ਨੂੰ ਕਰ ਲਓ ਸਾਫ਼। 553 ਗੁਣਾ 20 ਬਟਾ 7। ਦੇਖੋ 553 ਗੁਣਾ 20 20 ਦੇ ਨਾਲ ਗੁਣਾ ਹੀ ਕਰ ਲਓ ਪਹਿਲਾਂ ਆਪਾਂ ਇਸ ਦੀ। ਠੀਕ ਹੈ, 553 ਦੀ ਜਦੋਂ ਆਪਾਂ ਨੇ 20 ਦੇ ਨਾਲ ਗੁਣਾ ਕੀਤੀ। ਠੀਕ ਹੈ, 20 ਦੇ ਨਾਲ ਆਪਾਂ ਦੇਖੋ ਇਸ ਦੀ ਗੁਣਾ ਕਰਾਂਗੇ। 2 ਦੇ ਨਾਲ ਗੁਣਾ ਕਰ ਲਓ, ਪਹਿਲੀ ਗੱਲ ਤਾਂ ਇਸ ਦੀ 2 ਦੇ ਨਾਲ ਜਦੋਂ ਆਪਾਂ ਨੇ ਗੁਣਾ ਕੀਤੀ, ਮਤਲਬ ਕਿ ਜਦੋਂ ਆਪਾਂ ਨੇ ਇਸ ਦਾ ਅੱਧ ਕੀਤਾ ਸੀਗਾ, ਉਸ ਦਾ ਅੱਧ ਕੀਤਾ ਸੀਗਾ 1106 ਦਾ। 1106 ਦਾ ਜਦੋਂ ਆਪਾਂ ਨੇ ਅੱਧ ਕੀਤਾ ਤਾਂ ਹੀ 553 ਆਏਗਾ। ਇਸ ਦਾ ਜਦੋਂ ਦੁੱਗਣਾ ਕਰਾਂਗੇ ਤਾਂ ਆਪਣੇ ਕੋਲ 1106 ਹੀ ਦੁਬਾਰਾ ਆ ਜਾਏਗਾ। 1106 ਦੁਬਾਰਾ ਆ ਜਾਏਗਾ 1106। ਠੀਕ ਹੈ, ਉਸ ਦੇ ਨਾਲ ਆਪਾਂ 0 ਲਗਾ ਦਿਓ ਕਿਉਂਕਿ 2 ਦੇ ਨਾਲ 0 ਸੀਗੀ ਅਤੇ ਬਟੇ ਦੇ ਵਿੱਚ ਕੀ ਸੀਗਾ 7, ਮਤਲਬ ਕਿ 1100 ਜਦੋਂ 60 ਲਿਖਿਆ ਹੋਏਗਾ ਆਪਣੇ ਕੋਲ, ਇਹਨੂੰ ਆਪਾਂ ਨੇ 7 ਦੇ ਨਾਲ ਭਾਗ ਕਰਨਾ ਹੈਗਾ, ਹੋਰ ਕੁਛ ਨਹੀਂ ਕਰਨਾ। ਠੀਕ ਹੈ, 7 ਦੇ ਨਾਲ ਕਰ ਲਓ ਭਾਗ। 7 1 7 ਹੁੰਦਾ ਹੈਗਾ। ਠੀਕ ਹੈ, ਇੱਥੇ ਆ ਗਿਆ 7, ਕਿੰਨੇ ਬਚ ਗਏ 4, ਇੱਥੇ ਲਗਾ ਲਈ ਆਪਾਂ ਨੇ 0। ਠੀਕ ਹੈ, ਉਸ ਤੋਂ ਬਾਅਦ 7 5 35 ਹੁੰਦਾ, 5 ਤੇ ਜਾਏਗਾ, ਇੱਥੇ ਆ ਜਾਏਗਾ 35, ਇੱਥੇ ਬਚ ਗਿਆ 5। ਠੀਕ ਹੈ, ਇੱਥੇ ਆ ਗਿਆ 6। ਠੀਕ ਹੈ, 0 ਉਤਾਰ ਲਓ। ਦੇਖੋ ਜਦੋਂ ਆਪਣੇ ਕੋਲ 7 ਦੀ ਗੁਣਾ 8 ਨਾਲ ਕੀਤੀ 56 ਹੁੰਦਾ ਹੈਗਾ। ਠੀਕ ਹੈ, 8 ਨਾਲ ਕਰਨ ਦੀ ਬਜਾਏ ਆਪਾਂ 80 ਨਾਲ ਕਰ ਲਓ, 560 ਆ ਜਾਏਗਾ, ਮਤਲਬ ਕਿ 80 ਨਾਲ ਕੀਤੀ ਤਾਂ ਇੱਥੇ ਆਪਣੇ ਕੋਲ 80 ਆ ਗਿਆ। ਠੀਕ ਹੈ, ਦੇਖੋ 1580 ਹੀ ਆਪਣਾ ਆਨਸਰ ਆ ਰਹੇਗਾ। ਤੁਸੀਂ ਕਰਕੇ ਦੇਖ ਸਕਦੇ ਹੋ, ਇੱਕ ਤਰ੍ਹਾਂ ਡਿਵਾਈਡ ਤਾਂ ਤੁਹਾਨੂੰ ਕਰਨੀ ਹੀ ਆਉਂਦੀ ਹੋਵੇਗੀ। ਦੇਖੋ ਤਾਂ ਉਸ ਤੋਂ ਬਾਅਦ ਦੇਖੋ ਆਪਾਂ ਵੱਧਦੇ ਹਾਂ ਅਗਲੇ ਪ੍ਰਸ਼ਨ ਦੇ ਵੱਲ। ਅਗਲੇ ਪ੍ਰਸ਼ਨ ਕੀ ਕਹਿ ਰਹੇਗਾ, ਪਵਨਪ੍ਰੀਤ ਨੇ ਕੋਈ ਵਸਤੂ 550 ਰੁਪਏ ਦੇ ਵਿੱਚ ਖਰੀਦੀ ਹੈਗੀ। ਠੀਕ ਹੈ, ਅਤੇ ਉਸ ਨੂੰ ਵੇਚ ਵੀ ਦਿੱਤਾ ਉਸਨੇ। ਠੀਕ ਹੈ, ਵੇਚਣ ਦੀ ਵੀ ਕਾਹਲੀ ਕੀਤੀ ਅਤੇ ਉਸਨੇ ਵੇਚਤਾ। ਵੇਚਣ ਤੋਂ ਬਾਅਦ ਉਸ ਨੂੰ 10% ਲਾਭ ਹੋਇਆ। ਅੱਛਾ, 10% ਲਾਭ ਹੋ ਰਿਹਾ ਸੀਗਾ ਤਾਂ ਕਰਕੇ ਉਸਨੇ ਇੰਨੀ ਜਲਦੀ ਵਸਤੂ ਉਹ ਵੇਚਤੀ। ਤਾਂ ਉਸ ਦਾ ਖਰੀਦ ਮੁੱਲ ਪਤਾ ਕਰੋ ਕਿੰਨਾ ਸੀਗਾ ਉਸ ਵਸਤੂ ਦਾ।
ठीक है। ਆਪਾਂ ਨੂੰ ਕੀ ਦਿੱਤਾ ਹੋਏਗਾ, ਦੇਖੋ SP ਦਿੱਤਾ ਹੋਏਗਾ, SP ਦਿੱਤਾ ਹੋਏਗਾ, ठीक है। तो ਆਪਾਂ ਨੂੰ ਕੀ ਦਿੱਤਾ ਹੋਏਗਾ, ਉਸ ਤੋਂ ਬਾਅਦ ਪ੍ਰੋਫਿਟ P ਕਿੰਨਾ ਦਿੱਤਾ ਹੋਏਗਾ, 10% ਦਿੱਤਾ ਹੋਏਗਾ। तो CP ਕਿੰਨਾ ਹੈਗਾ ਆਪਣੇ ਕੋਲ, CP ਹੁੰਦਾ ਹੈਗਾ 100%। देखो CP ਹੁੰਦਾ ਹੈਗਾ 100%। तो ਇਹਨਾਂ ਦਾ ਦੋਨਾਂ ਦਾ ਜੋੜ ਕਰਦਾ, क्यों जोड़ करदा, क्योंकि प्रॉफिट होया, प्रॉफिट का मतलब जोड़ ਹੁੰਦਾ ਹੈਗਾ। तो ਇੱਥੇ ਹੋ ਜਾਏਗਾ 110%। 110% हैगा जदों, तो वो वैल्यू कि वस्तु किन्नी हैगी, उसका SP हैगा, देखो ये SP 110% हैगा। तो SPO ਆਪਾਂ ਨੂੰ किन्ना दिता होएगा, कोई वस्तु देखो किन्ने दे विच बेची कि है इन्होंने, ਇਹਦਾ मतलब कि यह बेच मुल हैगा 550 रुपए वस्तु का बेच मुल हैगा। तो देखो जिमें कि आप 100 से डिवाइड करते होंगे सीगे, पिछले नूं 140 ते कीता सीगा, इस नूं आपां किन्ने ते करांगे 110 ते, ठीक है। तो आपां देखो जे तां आपां ने कड्ढीए पहलां 10%, 10% कढ लो, 10% नूं SP दे विच्चों घटा दो, ठीक है। देखो इस दे विच्चों इस नूं घटाया तां ही ये आंसर आएगा, ठीक है। मतलब कि 550 दे विच्चों 10% कढ के जेकर आपां घटा दईए, देखो तुहानूं कढ के दिखा दिंदे, 10 दे नाल आपां कर लो इसनूं, ठीक है। इस तरह इसनूं कट सकते हैं, आपां कट लिया। 11 5 55 हुंदा हैगा, ठीक है। 11 1 11 11 5 55, मतलब कि उपर 50 आ गया। देखो देखो 50 बच रहेगा अपने कोल, इसका आंसर आ गया इत्थे 10% वैल्यू, 10% वैल्यू अपने कोल 50 निकल के सामने आ गई। 110 हैगा, ठीक है। तो आपां ने कड्ढना हैगा 100, 110 दे विच्चों आपां नूं मतलब कि यह घटाना ही पएगा। देखो 550 दे विच्चों 50 घटाए तो अपने कोल कितना आंसर आ गया 500, ठीक है। जेकर तो 10% कढ के कढोगे तो हो जाएगा अपना आंसर ये। तो जेकर तुसी ने यह इस तरीके दे नाल नहीं कढना, तो देखो इस दे नीचे अपने 110 तो लगा ही लिया सीगा, गुणा आपां 10 दे नाल कीती, जिथे उत्थे कर लो 100 दे नाल, ठीक है। 1 जीरो दे नाल आ जीरो अपने कटती, चलो ये जीरो ना कट्टो, ये जीरो कट लो, ये जीरो दोनों कटतियाँ। 100 अपन गुणा करना सौखा रहिंदा, ठीक है। अपने पिछे जीरो ही लगानी होंदी है। 11 1 11 11 5 55, उपर बच गया 5, इधर पिएगा 100, नीचे तो कुछ नहीं बचया। 5 की जो अपने 100 नाल गुणा की तो अपने कोल 500, इसका आंसर निकल के सामने आ गया। 100% वैल्यू मतलब कि उसका वस्तु का खरीद मुल सीगा, ठीक है। पवनप्रीत ने 500 की वस्तु खरीदी तो 550 की बेचती, तां करके उसका आंसर सीगा जिहड़ा। देखो एक गल होर तुहानूं दस रहा, देखो 500 रुपए किसी वस्तु का खरीद मुल हैगा, ਆਪਾਂ ਨੇ ਕੀ ਪਤਾ ਕਰਨੇ का बेच मुल, ਆਪਾਂ ਨੂੰ 10% प्रॉफिट दिता होएगा। 10% का मतलब ਤੁਹਾਨੂੰ ਦੱਸਿਆ ਸੀਗਾ, 10% का मतलब ਹੁੰਦਾ ਹੈਗਾ 1/10। देखो ध्यान ਦੇ ਨਾਲ ਤੁਸੀਂ अगले सवाल ਦੇ ਵੱਲ ਚੱਲਦੇ ਹਾਂ। चलो ਉੱਥੇ ਤੁਹਾਨੂੰ ਦੱਸਦੇ ਇਸੇ वैल्यू ਨੂੰ लिख के 500 रुपए ਆਪਾਂ ਨੂੰ देखो किसी वस्तु का मुल दिता होया सीगा, ठीक है। 10% लाभ ਆਪਾਂ ने पता करने का कि 10% लाभ किस तरह होएगा, देखो ठीक है। 10% लाभ होया उसनूं तां किन्ने दी बेची है, ये आपां नूं खरीद मुल CP देता, ठीक है। CP आपां नूं देता, तां 10% का मतलब तुहानूं दस्सिया सीगा, 10% का जिहड़ा आपां ने टेबल लिखिया सी उस दे विच हुंदा हैगा 1/10। 10% का मतलब तां आपां इस दे की करांगे, इस दी गुणा कर लांगे 1/10 दे नाल, ते जां फिर आपां कह सकदे हां कि इस दे नीचे 10 लिख देंगे, इस दे नीचे 10 लिख देंगे, जीरो के नाल जीरो कट जाएगी। तो जां फिर तुहानूं सीधा ही दसता सीगा जदों 10% कढ़ना होवे तां आपां एक जीरो नूं कट देने होंदे। तां देखो अपने कोल जिहड़ा प्रॉफिट सीगा अपने कोल 50 रुपए आ गया। खरीद मुल किन्ना सीगा, देखो अपने कोल खरीद मुल सीगा अपने कोल 500 ते प्रॉफिट आ गया अपने कोल 50 रुपए। 10% सीगा, देखो 10% सीगा, 10% आपां ने सीधा कढ़ लिया 50 रुपए। तां आपां की कढांगे SP का मतलब हुंदा हैगा दोनों का इन्हां दा जोड़, 500 ते 50 का जोड़ करांगे 550, अपने कोल आंसर निकल के सामने आ जाएगा। चलो उस तो बाद आपां अगले प्रश्न के वल वधदे हां। की कह रहे हैं इहदे विच, नवजोत ने कोई वस्तु 1820 रुपए की खरीदी, हाँ 1820 रुपए की बेच दी नवजोत ने, मतलब बेची जदों ये हैगा SP, ठीक है। तो 30% उसनूं हानि होई हैगी, 30% उसनूं हो गई हानि। SP इत्थे लिख लिया लॉस, कितना लॉस होएगा उसनूं 30%, मतलब कि 100 दे विच्चों आपां 30 घटावांगे। हुण देखो 100 दे विच्चों 30 घटावांगे तां इत्थे आ जाएगा 70, ठीक है। तो CP कितना हुंदा हैगा, वो हुंदा हैगा 100%, 100%। इत्थे हैगा जिहड़ा 70% हैगा, ये 70% की वैल्यू आपां नूं दित्ती होई हैगी 1820, 1820 आपां नूं देखो वैल्यू दित्ती होई हैगी। तां आपां इस नूं किवें करांगे, जां तां कढ लो, इस दे नीचे 70 लिख लो, गुणा कर लो 30 दे नाल, फिर 30 नूं आपां देखो
70 ਦੇ ਵਿੱਚ ਜੋੜ ਦਾਂਗੇ। 100% ਕੱਢਣਾ ਹੈਗਾ, ਇਹਨਾਂ ਦਾ ਦੋਨਾਂ ਦਾ ਜੋੜ ਕਰਕੇ ਹੀ ਨਿਕਲੇਗਾ। ਜਾਂ ਤਾਂ ਆਪਾਂ ਕਰ ਲਾਂਗੇ ਇਸ ਤਰੀਕੇ ਦੇ ਨਾਲ, ਤੇ ਜਾਂ ਫਿਰ ਆਪਾਂ ਨੂੰ 30 ਲਿਖਣ ਦੀ ਬਜਾਏ ਆਪਾਂ 130 ਹੀ ਲਿਖ ਲਈਏ ਇਸ ਨੂੰ, ਸੌਰੀ ਆਪਾਂ ਇਸ ਨੂੰ 70 ਹੀ ਲਿਖ ਲਈਏ, ਨਹੀਂ 100 ਸੌਰੀ, ਆਪਾਂ ਨੇ 100% ਕੱਢਣਾ ਹੈਗਾ, ਆਪਾਂ 100 ਹੀ ਇਸ ਨੂੰ ਲਿਖ ਲਈਏ। ਠੀਕ ਹੈ, 100 ਦੇ ਨਾਲ ਆਪਾਂ ਇਸ ਦੀ ਇੱਥੋਂ ਦੇਖੋ ਇਸ ਨੂੰ ਕੱਟ ਲਓ। ਠੀਕ ਹੈ, ਉਸ ਤੋਂ ਬਾਅਦ ਦੇਖੋ ਨੀਚੇ ਬਚ ਗਿਆ 7, ਉੱਪਰ ਬਚ ਗਿਆ 182। 7 ਤੇ 182 ਇੱਥੇ ਲਿਖ ਲਓ, 182 ਇੱਥੇ ਲਿਖ ਲਓ 7। ਠੀਕ ਹੈ, 7 ਦੂਣੀ 14 ਹੁੰਦਾ ਹੈਗਾ, ਇੱਥੇ ਬਚ ਗਿਆ 4, ਇੱਥੇ ਬਚ ਗਿਆ 2। ਠੀਕ ਹੈ, 7 ਦੀ 6 ਨਾਲ ਗੁਣਾ ਕੀਤੀ, 7 ਦੇ ਪਹਾੜੇ 'ਚ 6 ਤੇ ਆਉਂਦਾ ਹੈਗਾ 42, ਇੱਥੇ 6 ਤੇ, ਮਤਲਬ ਕਿ 26 ਬਚ ਰਹੇਗਾ। ਦੇਖੋ 26 ਆਪਣੇ ਕੋਲ ਆਨਸਰ ਆ ਰਹੇਗਾ ਇਸ ਦਾ। ਠੀਕ ਹੈ, ਤਾਂ ਇਹਨਾਂ ਨੂੰ ਦੇਖੋ ਦੋਨਾਂ ਨੂੰ ਕੱਟ ਕੇ ਆਹ 7 ਕੱਟ ਦਿਓ, ਇਸ ਨੂੰ ਕੱਟ ਦਿਓ, ਇਹਨਾਂ ਨੂੰ ਦੋਨਾਂ ਨੂੰ ਕੱਟ ਕੇ ਆਪਣੇ ਕੋਲ ਕਿੰਨਾ ਆ ਗਿਆ 26। ਠੀਕ ਹੈ, 26 ਆ ਗਿਆ ਤੇ ਨਾਲ 100 ਪਿਆ, ਇੱਥੇ ਆਪਣਾ 2600 ਇਸ ਦਾ ਆਨਸਰ ਨਿਕਲ ਕੇ ਸਾਹਮਣੇ ਆ ਜਾਏਗਾ। 2600 ਰੁਪਏ ਦੀ ਵਸਤੂ ਖਰੀਦੀ ਸੀਗੀ ਨਵਜੋਤ ਨੇ। ਠੀਕ ਹੈ, ਤੇ ਉਸਨੇ 1820 ਰੁਪਏ ਦੀ ਵੇਚ ਦਿੱਤੀ, ਤਾਂ ਕਰਕੇ ਉਸ ਨੂੰ 30% ਹਾਨੀ ਹੋਈ ਹੈਗੀ। ਠੀਕ ਹੈ, ਤਾਂ ਦੇਖੋ ਆਪਾਂ ਨੂੰ ਇੱਕ ਗੱਲ ਹੋਰ, ਚਲੋ ਉਹ ਟ੍ਰਿਕ ਤੁਹਾਨੂੰ ਕੱਲ੍ਹ ਨੂੰ ਕਰਵਾਵਾਂਗੇ, ਅਗਲੇ ਸਵਾਲ ਦੇ ਵਿੱਚ ਹੀ ਹੋਏਗਾ। ਉਹ ਅਗਲੀ ਟਾਈਪ ਬਣ ਰਹੀ ਹੈਗੀ ਉਹ, ਵੈਸੇ ਤਾਂ ਤੁਹਾਨੂੰ ਇੱਥੇ ਵੀ ਆਪਾਂ ਦੱਸ ਸਕਦੇ ਸੀਗੇ, ਚਲੋ ਅਗਲੇ ਸਵਾਲ ਦੇ ਵਿੱਚ ਅੱਗੇ ਦੱਸਾਂਗੇ ਤੁਹਾਨੂੰ ਜਾ ਕੇ ਉਹ। ਠੀਕ ਹੈ, ਚਲੋ ਇੱਥੋਂ ਇਸ ਤੋਂ ਬਾਅਦ ਦੇਖੋ ਇਸੇ ਸਵਾਲ ਦੇ ਵਿੱਚ ਇੱਕ ਚੀਜ਼ ਹੋਰ ਦੇਖ ਲਓ, ਜਿਵੇਂ ਕਿ ਦੇਖੋ ਤੁਹਾਨੂੰ ਆਪਾਂ ਨੂੰ ਇਸ ਦੇ ਵਿੱਚ ਦੱਸਿਆ ਹੁੰਦਾ ਇਹਨਾਂ ਨੇ ਕਿ ਇਸ ਨੂੰ ਲੋਸ ਦੀ ਜਗ੍ਹਾ 'ਤੇ ਪ੍ਰੋਫਿਟ ਹੋਇਆ। ਠੀਕ ਹੈ, ਲੋਸ ਦੀ ਜਗ੍ਹਾ 'ਤੇ ਦੇਖੋ ਪ੍ਰੋਫਿਟ ਹੋਇਆ ਹੋਵੇ, ਜੇਕਰ ਇੱਥੇ ਇਸ ਨੂੰ ਦੇਖੋ ਇੱਥੇ ਪ੍ਰੋਫਿਟ ਹੋਇਆ ਹੁੰਦਾ, ਇਸ ਨੂੰ ਇੱਥੇ ਪ੍ਰੋਫਿਟ P ਲਿਖ ਲਿਆ। ਠੀਕ ਹੈ, ਤਾਂ ਇੱਥੇ ਹੋ ਜਾਣਾ ਸੀਗਾ ਆਪਣਾ 130, ਇੱਥੇ ਆਪਣਾ 130 ਹੋ ਜਾਣਾ ਸੀਗਾ ਦੇਖੋ। ਠੀਕ ਹੈ, 130 ਜਦੋਂ ਆਪਣਾ ਇਹ ਹੋ ਜਾਂਦਾ ਤਾਂ ਆਪਾਂ ਇਸ ਦੇ ਨੀਚੇ 130 ਲਿਖਣਾ ਸੀਗਾ ਤੇ ਕੱਢਣਾ ਸੀਗਾ ਆਪਾਂ ਨੇ 100%, ਆਪਾਂ ਨੇ 100% ਕੱਢਣਾ ਸੀਗਾ। ਆ ਜ਼ੀਰੋ ਦੇ ਨਾਲ ਕੱਟ ਦਾਂਗੇ। 182 ਤੇ 13, 182 ਤੇ 13 ਦੀ ਆਪਾਂ ਡਿਵਾਈਡ ਕਰਕੇ ਵੀ ਦੇਖ ਸਕਦੇ ਹਾਂ। ਇੱਥੇ ਲਿਖ ਲਓ 182 ਤੇ ਇੱਥੇ ਲਿਖ ਲਓ 13, 13 ਏਕਮ 13 ਹੁੰਦਾ ਹੈਗਾ। ਠੀਕ ਹੈ, ਇੱਥੇ ਆ ਗਿਆ 5, ਇੱਥੇ ਆ ਗਿਆ 2 ਉੱਤਰ ਗਿਆ। ਦੇਖੋ 13 ਚੌਕ 52 ਹੁੰਦਾ ਹੈਗਾ, ਉੱਪਰ ਲਿਖ ਲਾਂਗੇ 4, ਨੀਚੇ ਆ ਜਾਏਗਾ 52, 52 'ਚ 52 ਗਏ ਆਪਣੇ ਕੋਲ 0 ਆ ਜਾਏਗੀ, ਤਾਂ 14 ਦੇਖੋ ਇਸ ਦਾ ਆਨਸਰ ਆ ਰਹੇਗਾ ਇਹਨਾਂ ਨੂੰ ਡਿਵਾਈਡ ਕਰਕੇ। ਠੀਕ ਹੈ, ਇਹਨਾਂ ਨੂੰ ਡਿਵਾਈਡ ਕਰਕੇ ਆਪਣੇ ਕੋਲ 14 ਆ ਚੁੱਕਾ ਹੈਗਾ ਦੇਖੋ। ਠੀਕ ਹੈ, ਇੱਥੇ ਆਪਣੇ ਕੋਲ 14 ਆ ਚੁੱਕਾ ਹੈਗਾ। 14 ਇੱਧਰ 14 ਸੀਗਾ, ਇੱਧਰ 100, 14 ਦੀ 100 ਨਾਲ ਗੁਣਾ ਕੀਤੀ ਤਾਂ ਆਪਣਾ ਇਸ ਦਾ 1400 ਆਨਸਰ ਆ ਜਾਣਾ ਸੀਗਾ, ਜੇਕਰ ਆਪਾਂ ਨੂੰ ਪ੍ਰੋਫਿਟ ਹੋਇਆ ਹੁੰਦਾ 30%। ਮਤਲਬ ਕਿ ਉਸਨੇ 1400 ਦੀ ਵਸਤੂ ਖਰੀਦ ਕੇ 1820 ਦੀ ਵੇਚ ਦੇਣੀ ਸੀਗੀ, ਪਰ ਇੱਥੇ ਤਾਂ ਹਾਨੀ ਹੋਈ ਹੈਗੀ ਉਸਨੂੰ, ਤਾਂ ਕਰਕੇ 2600 ਰੁਪਏ ਦੀ ਖਰੀਦੀ ਸੀਗੀ ਉਸਨੇ। ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵੱਧਦੇ ਹਾਂ। ਜਸਵਿੰਦਰ ਨੇ ਕੋਈ ਵਸਤੂ ਖਰੀਦੀ ਹੈਗੀ 1280 ਰੁਪਏ ਦੀ। ਠੀਕ ਹੈ, ਤੇ ਉਸ ਨੂੰ 36% ਹਾਨੀ ਹੋ ਗਈ, ਤਾਂ ਵੇਚ ਮੁੱਲ ਪਤਾ ਕਰੋ। 1280 ਰੁਪਏ ਦੀ ਕੋਈ ਵਸਤੂ ਖਰੀਦ ਲਈ। ਠੀਕ ਹੈ, 1280 ਦੀ ਕੋਈ ਵਸਤੂ ਖਰੀਦ ਲਈ ਤੇ 64% ਉਸ ਨੂੰ 36% ਹਾਨੀ ਹੋ ਗਈ। ਠੀਕ ਹੈ, 36% ਜਦੋਂ ਹਾਨੀ ਹੋ ਗਈ ਤਾਂ ਦੇਖੋ ਆਪਾਂ 36 ਨੂੰ 100 ਦੇ ਵਿੱਚੋਂ ਘਟਾਵਾਂਗੇ। CP ਕਿੰਨਾ ਹੁੰਦਾ ਹੈਗਾ? CP ਹੁੰਦਾ ਹੈਗਾ ਆਪਣਾ 100%। ਠੀਕ ਹੈ, ਉਸ ਨੂੰ ਕੀ ਹੋਏਗਾ ਲੋਸ, ਕਿੰਨਾ ਪਰਸੈਂਟ? 36%। 100 ਦੇ ਵਿੱਚੋਂ 36 ਘਟਾ ਲਾਂਗੇ ਤਾਂ ਹੀ ਆਪਣਾ SP ਆਏਗਾ। 100 ਦੇ ਵਿੱਚੋਂ 36 ਘਟਾਇਆ ਤਾਂ ਆਪਣਾ 64 ਆ ਗਿਆ, ਮਤਲਬ ਕਿ 64% ਆਪਾਂ ਨੇ ਵੈਲਿਊ ਰੱਖ ਦੇਣੀ ਹੈਗੀ 100 ਦੇ ਵਿੱਚੋਂ ਘਟਾ ਕੇ, ਤਾਂ ਆਪਣਾ ਇਸ ਦਾ ਆਨਸਰ ਆ ਜਾਏਗਾ। ਦੇਖੋ ਹੁਣ ਆਪਾਂ ਨੂੰ ਕਿਹੜੀ ਵੈਲਿਊ ਦਿੱਤੀ ਹੋਈ ਹੈ ਇਹਨਾਂ ਦੇ ਵਿੱਚੋਂ, ਦੇਖੋ ਵੇਚ ਮੁੱਲ ਕੀ ਹੈਗਾ, ਮਤਲਬ ਕਿ ਆਹ ਵਾਲੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈਗੀ ਇੱਥੇ 1280, ਆਹ ਵੈਲਿਊ ਆਪਾਂ ਨੂੰ ਦੇ ਰੱਖੀ ਹੈ ਤੇ ਆਹ ਆਪਾਂ ਨੇ ਪਤਾ ਕਰਨੀ ਹੈਗੀ। ਤਾਂ ਦੇਖੋ ਆਪਾਂ ਕੀ ਕਰਾਂਗੇ, 1280 ਹੈਗਾ ਆਪਣੇ ਕੋਲ, ਦੇਖੋ 1280 ਆਪਾਂ ਨੇ ਲਿਖ ਲਿਆ 1280 ਬਟਾ ਕੀ ਲਿਖਾਂਗੇ, ਬਟਾ ਇਸ ਦਾ ਬਟਾ ਲਿਖਾਂਗੇ ਆਪਾਂ। ਦੇਖੋ ਸਾਰੇ ਨੂੰ ਇੱਕ ਵਾਰ ਕਰ ਲਓ ਸਾਫ਼, ਆਪਾਂ ਨੂੰ ਪਤਾ ਹੈ ਕਿ 64% ਹੀ ਕੱਢਣਾ ਹੈਗਾ ਆਪਾਂ ਨੇ, ਹੈ ਨਾ। 64% ਵੈਲਿਊ ਆਪਾਂ ਨੇ ਰੱਖ ਦੇਣੀ ਹੈਗੀ ਇਸ ਦੀ। ਉੱਪਰ ਸੀਗਾ 1280, ਨੀਚੇ ਸੀਗਾ 64, ਕਿਉਂਕਿ 64% ਵੈਲਿਊ ਬਚ ਰਹੀ ਸੀਗੀ। ਗੁਣਾ ਆਪਾਂ ਨੇ ਕਰਨੀ ਹੈਗੀ 100 ਦੇ ਨਾਲ, ਕਿਉਂਕਿ 100%। ਹੁਣ ਆਪਾਂ ਨੇ 64 ਦਾ ਅੱਧ ਕਰ ਦਿਓ। 64 ਦਾ ਅੱਧ ਕਿੰਨਾ ਹੁੰਦਾ ਹੈਗਾ? 32। 1280 ਦਾ ਅੱਧ ਕਰ ਲਓ, 12 ਦਾ ਅੱਧ 6, 80 ਦਾ ਅੱਧ 40, 640 ਆ ਗਿਆ। ਉਸ ਤੋਂ ਬਾਅਦ 32 ਦਾ ਅੱਧ ਕਰ ਲਓ 16। ਠੀਕ ਹੈ, 640 ਦਾ ਅੱਧ ਕਰ ਲਓ 320, 16 ਦਾ ਅੱਧ ਕਰ ਲਓ 8,
32 ਦਾ 320 ਦਾ ਅੱਧ ਕਰ ਲਓ 160, ठीक है। 160 तो बाद देखो इस तो 8 तो बाद 4 आ जाएगा इसका। 160 का अद्ध कितना होएगा अपने कोल 80 हो जाएगा। 80 का अद्ध 40 तो आ 4 का अद्ध 2, 40 का अद्ध 20, 2 का अद्ध 1, ठीक है। इत्थे तो बच गया अपने कोल 20, ठीक है। इत्थे तो बच गया 20 तो इत्थे बच गया 100। 20 की आपां जदों 100 दे नाल गुणा करांगे, 20 की 100 दे नाल गुणा कीती, 20 की 100 दे नाल गुणा कीती तां अपना 2000 इसका आंसर निकल के सामने आ जाएगा। 2000 रुपये, ठीक है। देखो 2000 रुपये इसका आंसर निकल के आ जाना सीगा। जसविंदर ने देखो कोई वस्तु 1280 रुपये की बेची हैगी, लई किन्ने दी सीगी उन्हें अपने ये पता करना सीगा। उसने 2000 रुपये की वस्तु लई सीगी, 36% हानि ते जो उसने बेची हैगी तो उसने 1280 रुपये की वो वस्तु बेची सीगी, ठीक है। जेकर अपने देखो इसे नूं रिवर्स करना होवे 1280 अपन नूं खरीद मुल पता लग गया इसका, ठीक है। 1280 देखो अपन इसका सॉरी 1280 ने 2000 रुपये, ठीक है। 2000 रुपये अपन देखो इसका मुल पता लग गया। CP बराबर 2000 की होंदा है, 100% होंदा है, ठीक है। तो आपां नूं लॉस होएगा कितना 36%, इत्थे 36% होएगा। तो देखो आपां की करते हुंदे हैगे इसनूं 100% हैगा, 100 इस दे सामने तो 2000 के नीचे आपां 100 लिख लांगे, गुणा कर लांगे आपां 64 दे नाल। क्यों करांगे क्योंकि अपने 64% वैल्यू कड्ढनी हैगी ये, ठीक है। तो ये 2 जीरोआं दे नाल आपां ने कट्टियां ये 2 जीरोआं, ठीक है। उस तो बाद 64 की जो आपां गुणा करांगे 64 दूना 128 हुंदा हैगा, 64 दूना 160 ते 60 120 हुंदा हैगा, 4 ते 4 8 128 हुंदा हैगा ते एक आ जीरो पई सीगी तां करके आपां 128 दे नाल एक जीरो लगा दी तो 1280 अपना इसका आंसर निकल के सामने आ गया। सो देखो ये सी अपनी अज की मैथेमैटिक्स की क्लास। ये क्लास तुहानू किस तरह की लगी कमेंट करके जरूर दस्सिओ। कल नूं इसकी अगली टाइप लैके मिलांगे, इस तरह आपां सीक्वेंस दे विच चलदे चलांगे, ठीक है। टफ तो टफ जिहड़े सवाल इसते एडवांस लैवल के होणगे उन्हां दे वल आपां ने चलदे चलने गा। ये क्लास तुहानू किस तरह की लगी कमेंट करके जरूर दस्सिओ। जेकर तुसीं पहली बार इस क्लास के नाल जुड़ रहे हो तो अपने दोस्तों के नाल क्लास नूं जरूर शेयर कर देना गा तो चैनल नूं सबसक्राइब कर लेना गा। इस तरह दी वीडियोज़ तुहानू रोज़ाना अपने चैनल ते देखण नूं मिलदियां रहणगीਆਂ। तो नाल ही तुसीं ने की करना है प्लेलिस्ट का जिहड़ा सैक्शन बनया हुंदा है उस दे विच चले जाना है, सारियां प्लेलिस्टां तुहानू मिल जाणगीਆਂ। पहली तो लैके हुण तक जिन्नियां भी क्लासां होईयां ने तुसीं देख सकते हो, ਜਿਹੜੇ सबजैक्ट अपने स्टार्ट किए हुए हैं तो जां फिर आई बटन के विचों देख सकते हो तो डिस्क्रिप्शन बॉक्स के अपने लिंक दिते हुए हैं प्लेलिस्टां दे, उत्थे जाके भी तुसीं देख सकते हो। हुण तक क्लास दे नाल जुड़न लई तुहाडा बहुत बहुत धन्नवाद जी।